सत श्री अकाल जी। आप सब जी का स्वागत है ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਕਾਫੀ ਦਿਨਾਂ ਬਾਅਦ ਰਾਜੇ ਅੱਜ ਆਪਾਂ ਕਲਾਸ ਲੈ ਕੇ ਆਏ ਆ। ਥੋੜਾ ਜਿਹਾ ਮੁੱਦਿਆਂ ਕਰਕੇ ਕਾਫੀ ਬਿਜੀ ਚੱਲ ਰਿਹਾ ਸੀ ਸ਼ਡਿਊਲ, ਉਹਦੀ ਗੱਲ ਕਰਾਂਗੇ ਆਪਾਂ ਕਿਸੇ ਅਲੱਗ ਵੀਡੀਓ ਦੇ ਵਿੱਚ। ਤੇ ਅੱਜ ਦੀ ਵੀਡੀਓ ਬੇहद ਖਾਸ ਹੈ ਕਿਉਂਕਿ ਮੈਂ ਪਿੱਛੇ ਜੇ ਕਾਫੀ ਪੇਪਰਾਂ ਨੂੰ ਐਨਾਲਿਸਿਸ ਕੀਤਾ ਕਿ ਪੇਪਰ ਏ ਦੇ ਵਿੱਚੋਂ ਬਹੁਤ ਸਾਰੇ ਬੱਚੇ ਫੇਲ ਹੋ ਰਹੇ ਆ। ਹਾਲਾਂਕਿ ਉਹ ਪੇਪਰ ਬੀ ਦੇ ਵਿੱਚ ਬਹੁਤ ਵਧੀਆ ਨੰਬਰ ਲੈ ਰਹੇ ਆ, ਪਰ ਪੇਪਰ ਏ ਦੇ ਵਿੱਚੋਂ ਫੇਲ ਹੋ ਰਹੇ ਆ। ਉਹਦਾ ਕਾਰਨ ਕੀ ਆ? ਫੇਲ ਹੋਣ ਦਾ ਕਾਰਨ ਇਹੀ ਆ ਰਾਜੇ, ਉਹ ਬਹੁਤ ਮਤਲਬ ਕਿ ਹਲਕੇ ਚ ਲੈ ਰਹੇ ਨੇ ਪੇਪਰ ਏ ਨੂੰ। ਪਰ ਜਿਵੇਂ ਡੇ ਬਾਏ ਡੇ ਪੇਪਰ ਹੋ ਰਹੇ ਨੇ ਤੇ ਪੇਪਰ ਏ ਦਾ ਜਿਹੜਾ ਲੈਵਲ ਹੈਗਾ, ਲਾਜ਼ਮੀ ਪੰਜਾਬੀ ਦਾ ਲੈਵਲ ਹੈਗਾ, ਉਹ ਬਹੁਤ ਜ਼ਿਆਦਾ ਵਧੀਆ ਹੋ ਰਿਹਾ। ਤੇ ਆਪਾਂ ਨੂੰ ਕਹਿਣ ਦਾ ਭਾਵ ਕੀ ਹੈਗਾ ਵੀ ਪੜ੍ਹਨਾ ਹੀ ਪੈਣਾ, ਔਰ ਪੜ੍ਹਨਾ ਵੀ ਬਹੁਤ ਡੂੰਘਾਈ ਦੇ ਵਿੱਚ ਜਾ ਕੇ ਪੈਣਾ। ਹੁਣ ਤੁਸੀਂ ਜਿੱਥੋਂ ਵੀ ਪੜ੍ਹਦੇ ਆ, ਮੈਨੂੰ ਨਹੀਂ ਪਤਾ ਤੁਸੀਂ ਕਿੱਥੋਂ ਪੜ੍ਹਦੇ ਹੋ, ਪਰ ਮੈਂ ਇੱਕ ਬੇਨਤੀ ਕਰੂੰਗਾ, ਜਿੱਥੋਂ ਪੜ੍ਹੋਗੇ ਕਿਸੇ ਚੰਗੇ ਟੀਚਰ ਕੋਲੋਂ ਪੜ੍ਹਿਓ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਡੂੰਘਾਈ 'ਚ ਜਾ ਕੇ ਆਪਾਂ ਨੂੰ ਕੀ ਆ ਪੜ੍ਹਨੀਆਂ ਪੈਣਗੀਆਂ। ਹੁਣ ਜਿਵੇਂ ਗਿਣਤੀ ਦੀ ਗੱਲ ਕਰਦਾ ਮੈਂ ਥੋੜੀ ਜਿਹੀ, ਤੁਹਾਨੂੰ ਅੱਜ 5-7 ਮਿੰਟ ਦਾ ਲੈਕਚਰ ਤਾਂ ਦੇ ਰਿਹਾ ਤੁਹਾਡੇ ਭਲੇ ਵਾਸਤੇ ਹੀ ਹੈ। ਹੁਣ ਗਿਣਤੀ ਦੀ ਗੱਲ ਕਰਦੇ ਆ ਰਾਜੇ, ਗਿਣਤੀ ਸਾਨੂੰ ਸਾਰੀ ਗੂਗਲ ਤੇ ਕਿਤੇ ਹੋਰ ਤੇ ਆਸੇ-ਪਾਸੇ ਦੇਖੋਗੇ ਗਲਤ ਮਿਲਦੀ ਆ ਕਾਫੀ ਜਗ੍ਹਾ ਤੇ। ਹੁਣ ਪਿੱਛੇ ਜੇ 2-3 ਪੇਪਰ ਹੋਏ ਆ ਤੇ ਜਦੋਂ ਕਾਫੀ ਬੱਚੇ ਚਲੋ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਅਪਰੋਚ ਕਰਦੇ ਆ ਵੀ ਸਾਰਾ ਕੁਐਸਚਨ ਦੀ ਅਸੀਂ ਆਬਜੈਕਸ਼ਨ ਲਗਾਉਣੀ ਹੈ, ਤੇ ਮੈਂ ਉਹਨਾਂ ਨੂੰ ਪ੍ਰੂਫ ਦਿੰਦਾ, ਤਾਂ ਜਾਂ ਤਾਂ ਆਪਣੇ ਅਕੋਰਡਿੰਗ ਉਹ ਕੁਐਸਚਨ ਚੇਂਜ ਹੋ ਜਾਂਦਾ, ਜਾਂ ਫਿਰ ਕੀ ਹੋ ਜਾਂਦਾ ਕੁਐਸਚਨ ਡ੍ਰੌਪ ਕਰ ਦਿੰਦੇ ਆ। ਹੁਣ ਉਹਦਾ ਕਾਰਨ ਕੀ ਹੈ? ਦੇਖੋ, ਮੈਂ ਵੀ ਕੋਈ ਇੱਕ ਦਿਨ ਦੇ ਵਿੱਚ ਨਹੀਂ ਸਿੱਖਿਆ। ਜੇ ਕੋਈ ਵੀ ਮੈਂ ਚੀਜ਼ ਤਿਆਰ ਕਰ ਰਿਹਾ ਰਾਜੇ, ਚਾਹੇ ਗਿਣਤੀ ਤਿਆਰ ਕਰ ਰਿਹਾ, ਉਹਦੇ ਪਿੱਛੇ 4-5 ਦਿਨ ਦੀ ਮਿਹਨਤ ਹੁੰਦੀ ਆ, 10-11 ਘੰਟੇ ਦੀ ਮਿਹਨਤ ਹੁੰਦੀ ਹੈ। ਕਹਿਣ ਦਾ ਭਾਵ ਜਿੰਨ ਤੱਕ ਮੈਨੂੰ ਤਸੱਲੀ ਨਹੀਂ ਹੁੰਦੀ, ਮੈਂ ਕੋਈ ਚੀਜ਼ ਬੱਚਿਆਂ ਦੇ ਸਾਹਮਣੇ ਨਹੀਂ ਲੈ ਕੇ ਆਉਂਦਾ, ਚਾਹੇ ਮੈਂ ਫ੍ਰੀ ਚ ਪੜ੍ਹਾ ਰਿਹਾ ਚਾਹੇ ਮੈਂ ਪੇਡ ਪੜ੍ਹਾ ਰਿਹਾ। ਤਾਂ ਕਹਿਣ ਦਾ ਭਾਵ ਅੱਜ ਤੁਹਾਨੂੰ ਵੀ ਤੇ ਪ੍ਰੂਫ ਦੱਸੂਗਾ। ਜਦੋਂ ਕਈ ਬੱਚੇ ਮੇਰੇ ਕੋਲ ਪੇਡ ਪੜ੍ਹਦੇ ਸੀ, ਉਹਨਾਂ ਨੂੰ ਵੀ ਕਈ ਵਾਰੀ ਹੁੰਦਾ ਸੀ ਵੀ ਸਰ ਆਹ ਚੀਜ਼ ਤੁਸੀਂ ਐਂ ਕਰਾਈ ਆ, ਬਾਕੀ ਅਕੈਡਮੀਆਂ ਐਂ ਕਰਵਾ ਰਹੀਆਂ ਨੇ। ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਬੇਟਾ ਥੋੜਾ ਜਿਹਾ ਵਿਸ਼ਵਾਸ ਰੱਖੋ, ਸਮਾਂ ਆਉਣ ਤੇ ਤੁਹਾਨੂੰ ਪਤਾ ਲੱਗ ਜੂਗਾ। ਕਿਉਂਕਿ ਮੈਂ ਆਪਦੇ ਤੇ ਇੰਨਾ ਭਰੋਸਾ ਕਰਕੇ ਕਿਉਂ ਗੱਲ ਕਹਿਣਾ ਹੁੰਦਾ, ਕਿਉਂਕਿ ਮੈਨੂੰ ਆਪਦੀ ਮਿਹਨਤ ਤੇ ਭਰੋਸਾ ਹੈ, ਤੇ ਮਿਹਨਤ ਤੁਸੀਂ ਕਰੋਗੇ ਤੁਹਾਨੂੰ ਵੀ ਆਪਣੀ ਮਿਹਨਤ ਤੇ ਭਰੋਸਾ ਹੋਊਗਾ। ਤਾਂ ਕਹਿਣ ਦਾ ਮਤਲਬ ਕੌਨਫੀਡੈਂਸ ਕਦੋਂ ਆਊਗਾ? ਜੇ ਆਪਾਂ ਮਿਹਨਤ ਕਰਾਂਗੇ। ਤੇ ਅੱਜ ਸਾਰਾ ਕੁਝ ਪੜ੍ਹਦੇ ਆ, ਤੇ ਆਉਣ ਵਾਲੇ ਜਿੰਨੇ ਵੀ ਪੇਪਰ ਆ ਤੁਹਾਡੇ, ਚਾਹੇ ਤੁਸੀਂ ਅੱਗੇ ਜੋ ਪੋਸਟਾਂ ਆ ਰਹੀਆਂ ਨੇ ਤੁਹਾਡੀਆਂ, ਹੁਣੇ ਜੇ ਨਿਕਲੀਆਂ ਵੀ ਹੈਗੀਆਂ, ਆਟੋਮੋਬਾਈਲ ਇੰਸਪੈਕਟਰ ਜਿਹੜੇ ਹੈਗੇ ਆ ਤੁਹਾਡੇ, ਜਾਂ ਲੈਬੋਰਟਰੀ ਸਹਾਇਕ ਹੋ ਗਏ, ਲੈਬੋਰਟਰੀ ਅਟੈਂਡੈਂਟ ਹੋ ਗਏ, ਪੇਪਰ ਦਾ ਲੈਵਲ ਰਾਜੇ ਬਹੁਤ ਵਧੀਆ ਰਹੂਗਾ ਪੇਪਰ ਏ ਦਾ। ਅੱਗੇ ਐਕਸਾਈਜ਼ ਦੀਆਂ ਪੋਸਟਾਂ ਵੀ ਆਉਣੀਆਂ ਨੇ, ਫੂਡ ਇੰਸਪੈਕਟਰ ਦੀਆਂ ਵੀ ਆਉਣੀਆਂ ਨੇ। ਤਾਂ ਕਿਰਪਾ ਕਰਕੇ ਪੇਪਰ ਏ ਨੂੰ ਲਾਈਟਲੀ ਨਾ ਲਓ। ਦੇਖੋ, ਜੇ ਫ੍ਰੀ ਚ ਪੜ੍ਹਨਾ ਤਾਂ ਆਪਣੀ YouTube ਤੇ 40-50 ਕਲਾਸਾਂ ਵੀ ਪਈਆਂ ਹੋਈਆਂ, ਜ਼ਿਆਦਾ ਹੀ ਪਈਆਂ। ਬਾਕੀ ਜੇ ਕੋਰਸ ਕਰ ਲਓਗੇ ਰਾਜੇ, ਕੋਰਸ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾਗਾ। ਪਹਿਲਾਂ 600 ਦਾ ਸੀਗਾ, ਹੁਣ 500 ਰੁਪਏ ਦੇ ਵਿੱਚ ਅਸੀਂ ਕੋਰਸ ਦੇ ਰਹੇ ਹਾਂ। 1 ਸਾਲ ਦੀ ਵੈਲਿਡਿਟੀ ਹੈ ਰਾਜੇ, ਉਹਦੇ ਵਿੱਚ ਇੰਨਾ ਵਧੀਆ ਮਟੀਰੀਅਲ ਤਿਆਰ ਕੀਤਾ ਹੋਇਆ, ਤੁਹਾਨੂੰ ਇੱਧਰ ਉੱਧਰ ਦੇਖਣ ਦੀ ਜ਼ਰੂਰਤ ਨਹੀਂ ਪਊਗੀ, ਇਹ ਮੈਂ ਗਰੰਟੀ ਦਿੰਦਾ। ਠੀਕ ਹੈ, ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਤੋਂ ਤਸੱਲੀ ਕਰੋ। ਮੈਂ ਦੇਖੋ, ਕੋਈ ਬੱਚਾ ਮੇਰੇ ਕੋਲੇ ਆਉਂਦਾ ਨਾ, ਮੈਂ ਉਹਨੂੰ ਪੰਜਾਬੀ 'ਚ ਗੱਲ ਕਹਿਣਾ ਹੁੰਦਾ ਵੀ ਮੰਨ ਲਓ ਆਪਾਂ 400-500 ਰੁਪਏ ਦੀ ਕੋਈ ਸ਼ਰਟ ਲੈਣ ਜਾਂਦੇ ਆ, ਮੈਂ ਮੁੰਡਿਆਂ ਦੀ ਗੱਲ ਕਰ ਰਿਹਾ, ਜੇ ਕੁੜੀਆਂ ਦੀ ਗੱਲ ਕਰ ਲਓ ਸੂਟ ਲੈਣ ਜਾਂਦੇ ਆ ਆਪਾਂ, 4-5 ਦੁਕਾਨਾਂ ਤੇ ਗਾਹ ਕੇ ਫਿਰ ਦੇਖਦੇ ਆ ਵੀ ਕਿਹੜਾ ਸੂਟ ਚੰਗਾ ਹੈ, ਵੀ ਫਲਾਨੀ ਦੁਕਾਨ ਤੇ ਮੈਨੂੰ 500 ਦਾ ਮਿਲਦਾ ਸੀ, ਇੱਥੋਂ 400 ਦਾ ਮਿਲਦਾ, ਕੱਪੜੇ ਦਾ ਕੀ ਫਰਕ ਹੈਗਾ। ਮਤਲਬ ਤਸੱਲੀ ਕਰਕੇ ਲੈਣੀ ਚਾਹੀਦੀ ਚੀਜ਼। ਤੇ ਮੈਂ ਤਾਂ ਖੁਦ ਕਹਿਣਾ ਵੀ ਕਿਸੇ ਟੀਚਰ ਕੋਲੇ ਪੜ੍ਹਦੇ ਆ, ABCD ਕਿਸੇ ਵੀ ਅਕੈਡਮੀ 'ਚ ਪੜ੍ਹਦੇ ਆ, ਪਹਿਲਾਂ ਇਹ ਚੈੱਕ ਕਰੋ ਵੀ ਜੋ ਪੜ੍ਹਾ ਰਹੇ ਆ ਠੀਕ ਪੜ੍ਹਾ ਰਹੇ ਆ, ਜੋ ਪੜ੍ਹਾ ਰਹੇ ਆ ਉਹ ਪੇਪਰ ਦੇ ਵਿੱਚ ਆ ਰਿਹਾ ਜਾਂ ਨਹੀਂ ਆ ਰਿਹਾ। ਇਹ ਤਸੱਲੀ ਕਰਨਾ ਤੁਹਾਡਾ ਫਰਜ਼ ਹੈ, ਕਿਉਂਕਿ ਪੈਸੇ ਤੁਸੀਂ ਲਾਉਣੇ ਆ ਬੇਟਾ। ਸਾਡੇ ਵਰਗੇ ਨੇ ਕੀ ਕਰਨਾ, ਇੱਕ ਹੁਣ ਕੋਰਸ ਦੇ ਦੇਣਾ, ਉਦੋਂ ਬਾਅਦ ਤੁਹਾਡੇ ਪੈਸੇ ਵੇਸਟ ਹੋਏ ਕੀ ਹੋਏ ਇਹ ਮੈਨੂੰ ਨਹੀਂ ਪਤਾ, ਲੋਕਾਂ ਦਾ ਕੀ ਹਿਸਾਬ ਕਿਤਾਬ ਹੈ, ਪਰ ਮੈਨੂੰ ਬੜਾ ਦੁੱਖ ਹੁੰਦਾ ਕਿਉਂਕਿ ਇਹਨਾਂ ਹਾਲਾਤਾਂ ਵਿੱਚੋਂ ਮੈਂ ਲੰਘਿਆ ਹੋਇਆ ਜਿਹਦੇ ਵਿੱਚ ਤੁਸੀਂ ਲੰਘ ਰਹੇ ਹੋ। ਤਾਂ ਕਿਰਪਾ ਕਰਕੇ ਥੋੜਾ ਧਿਆਨ ਨਾਲ ਪੜ੍ਹ ਲਓ ਪੇਪਰ ਏ ਨੂੰ, ਇਹ ਮੈਂ ਗੁਜ਼ਾਰਿਸ਼ ਕਰਦਾ, ਕਿਉਂਕਿ ਤੁਸੀਂ ਸਾਰੇ ਮੇਰੇ ਛੋਟੇ ਭੈਣ ਭਰਾਵਾਂ ਵਰਗੇ ਆ, ਮੈਨੂੰ ਫਿਕਰ ਹੈ ਤੁਹਾਡੀ। ਤਾਂ ਸ਼ੁਰੂ ਕਰਦੇ ਰਾਜੇ ਅੱਜ ਦੀ ਕਲਾਸ। ਪੇਪਰ ਹੋਇਆ ਜੀ ਇਹ ਟੈਕਨੀਕਲ ਅਫਸਰ ਗ੍ਰੇਡ 1 ਦਾ, ਪਿਛਲੇ ਮਹੀਨੇ ਹੋਇਆ, ਤੇ ਪੇਪਰ ਦਾ ਲੈਵਲ ਇੰਨਾ ਸੋਹਣਾ ਪਾਇਆ ਗਿਆ। ਇਹਦੇ ਵਿੱਚੋਂ ਮੈਂ ਦੇਖੋ ਕੋਈ ਸ਼ਰਮ ਵਾਲੀ ਗੱਲ ਨਹੀਂ, ਇਹ 'ਚੋਂ 2-3 ਕੁਐਸਚਨ ਜਿਹੇ ਸੀਗੇ ਜਿਹੜੇ ਸ਼ਾਇਦ ਮੈਨੂੰ ਵੀ ਨਹੀਂ ਆਉਂਦੇ ਸੀਗੇ। ਤੁਸੀਂ ਆਪ ਖੁਦ ਸੋਚ ਲਓ ਵੀ ਮੈਨੂੰ ਇੱਥੇ ਕੰਮ ਕਰਦੇ ਨੂੰ 8-9 ਮਹੀਨੇ ਹੋ ਚੱਲੇ ਪੇਪਰ ਏ ਤੇ ਮੈਨੂੰ ਵੀ 1-2 ਕੁਐਸਚਨ ਨਹੀਂ ਆਉਂਦੇ ਸੀ। ਇਹਦਾ ਕਾਰਨ ਕੀ ਹੈ ਕਿ ਲੈਵਲ ਬਹੁਤ ਜ਼ਿਆਦਾ ਅਪ ਆਉਣ ਲੱਗ ਗਿਆ, ਤੇ ਮੇਰੇ ਕੋਲੇ ਕਾਫੀ ਬੱਚਿਆਂ ਦੇ ਫੋਨ ਵੀ ਆਉਂਦੇ ਆ ਵੀ ਸਰ ਵੀ ਲੈਵਲ ਬਹੁਤ ਜ਼ਿਆਦਾ ਆਉਂਦਾ ਤੇ ਕਿੱਥੋਂ ਪੜ੍ਹੀਏ ਕੀ ਕਰੀਏ। ਤਾਂ ਉਹ ਵੀ ਦੱਸ ਕੇ ਜਾਊਂਗਾ ਐਂਡ ਵਿੱਚ, ਜਰੂਰ ਤੁਸੀਂ ਸੁਣ ਕੇ ਜਾਇਓ। ਸ਼ੁਰੂ ਕਰਦੇ ਹਾਂ ਜੀ ਕੁਐਸਚਨ ਤੋਂ। ਕੁਐਸਚਨ ਦੀ ਗੱਲ ਕਰਦੇ ਹਾਂ। ਦੇਖੋ, ਘਰੇ ਆ ਕੇ ਸਾਰਿਆਂ ਨੂੰ ਪੇਪਰ ਸੌਖਾ ਲੱਗਦਾ ਹੁੰਦਾ, ਪਰ ਗੱਲ ਤਾਂ ਹੁੰਦੀ ਪੇਪਰ ਵਿੱਚ ਬਹਿ ਕੇ ਪੇਪਰ ਕਰਨ ਦੀ। ਪੇਪਰ 'ਚ ਬਹਿ ਕੇ ਪੇਪਰ ਕਰੋਗੇ ਤਾਂ ਦਿਮਾਗ ਤੇ ਪ੍ਰੈਸ਼ਰ ਵੀ ਹੁੰਦਾ, ਗਲਤੀਆਂ ਹੋਣ ਦੇ ਚਾਂਸ ਵੀ ਹੁੰਦੇ ਆ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ ਰਾਜੇ, ਡਿਕਸ਼ਨਰੀ ਸ਼ਬਦਾਂ ਨੇ ਪੁੱਛਿਆ ਵੀ ਪੰਜਾਬੀ ਰੂਪ। ਹੁਣ ਜਿਹੜੀ ਟ੍ਰਾਂਸਲੇਸ਼ਨ ਆ ਰਾਜੇ, ਹੁਣ ਤੱਕ ਜਿਹੜਾ ਮਰਜ਼ੀ ਪੇਪਰ ਚੱਕ ਲਓ ਤੁਸੀਂ, PSSS ਬੋਰਡ ਦਾ, ਮੇਰੇ ਕੋਰਸ ਦੇ ਵਿੱਚ ਚਲੇ ਜਾਓ, ਉੱਥੇ 4 PDF ਪਈਆਂ ਨੇ, ਠੀਕ ਹੈ, ਟ੍ਰਾਂਸਲੇਸ਼ਨ ਦੀਆਂ। ਜੇ ਇੱਕ ਵੀ ਕੁਐਸਚਨ ਬਾਹਰੋਂ ਆਇਆ ਹੋਊਗਾ ਤੁਹਾਡੇ ਡਬਲ ਪੈਸੇ ਵਾਪਸ ਕਰੂੰਗਾ। ਉਹਦਾ ਕਾਰਨ ਕੀ ਹੈ? ਐਨਾਲਿਸਿਸ, ਮਿਹਨਤ ਉਹ ਕਰਨੀ ਪੈਂਦੀ ਹੈ। ਹੁਣ ਦੇਖੋ, ਡਿਕਸ਼ਨਰੀ ਦਾ ਪੰਜਾਬੀ ਰੂਪ ਕੀ ਹੋਊਗਾ?
ਡਿਕਸ਼ਨਰੀ ਕੀ ਹੁੰਦੀ ਹੈ ਰਾਜੇ? ਸ਼ਬਦ, ਜਿਹਦੇ ਵਿੱਚ ਸ਼ਬਦ ਹੁੰਦੇ ਆ। ਠੀਕ ਹੈ ਜੀ, ਸ਼ਬਦਕੋਸ਼। ਤਾਂ ਇਹਦਾ ਰਾਈਟ ਆਂਸਰ ਕੀ ਬਣੂਗਾ ਰਾਜੇ? ਸ਼ਬਦਕੋਸ਼ ਬਣੂਗਾ। ਜਿਹੜੇ ਬੱਚੇ ਨੇ ਇਹ ਕੀਤਾ ਬਿਲਕੁਲ ਠੀਕ ਕੀਤਾ, ਉਹਨੇ ਨੰਬਰ ਵੀ ਲਾਏ ਹੋਏ ਆਪਣੇ। ਤਾਂ ਸ਼ਬਦਕੋਸ਼ ਦਾ ਰਾਈਟ ਆਂਸਰ ਹੈ। ਡਿਕਸ਼ਨਰੀ ਨੂੰ ਪੰਜਾਬੀ ਵਿੱਚ ਸ਼ਬਦਕੋਸ਼ ਕਹਿੰਦੇ ਆ। ਹੁਣ ਇਸ ਪ੍ਰਸ਼ਨ ਤੇ ਆਉਣੇ ਰਾਜੇ। ਅੱਜ ਦੀ ਕਲਾਸ ਥੋੜੀ ਲੰਬੀ ਹੋ ਸਕਦੀ ਹੈ, ਮੈਂ ਡਿਟੇਲ ਚ ਦੱਸਣਾ। ਜਦੋਂ ਮੈਂ ਸਭ ਤੋਂ ਪਹਿਲਾਂ ਕੋਰਸ ਲਾਂਚ ਕੀਤਾ ਤਾਂ ਮੈਂ ਗੁਰੂ ਨਾਨਕ ਸਾਹਿਬ ਜੀ ਦੇ 4 ਉਦਾਸੀਆਂ ਕਰਵਾਈਆਂ ਸੀ। ਉਦਾਸੀਆਂ ਦਾ ਸਮਾਂ ਕਾਲ ਮੈਂ ਅਲੱਗ-ਅਲੱਗ ਲਿਖਿਆ ਤੇ ਬਹੁਤ ਸਾਰੀ ਅਕੈਡਮੀਆਂ ਨੇ ਅਲੱਗ ਲਿਖਿਆ। ਬਹੁਤ ਬੱਚੇ ਮੈਨੂੰ ਕਹਿਣ ਲੱਗੇ ਵੀ ਸਰ ਉਹਨਾਂ ਨੇ ਤਾਂ ਐਂ ਲਿਖਿਆ, ਤੁਸੀਂ ਐਂ ਲਿਖਿਆ। ਮੈਂ ਉਹਨਾਂ ਨੂੰ ਬੱਚਿਆਂ ਨੂੰ ਕਿਹਾ ਦੇਖੋ ਮੈਂ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ, ਮੈਂ ਇਸ ਤਰ੍ਹਾਂ ਨਹੀਂ, ਘੱਟੋ ਘੱਟ ਮੈਂ ਹਰ ਇੱਕ ਗ੍ਰੰਥ ਜਾਨੀ ਕਿ ਜਿਹੜਾ ਵੀ ਸਤਿਕਾਰਯੋਗ ਗ੍ਰੰਥ ਮੈਨੂੰ ਮਿਲਿਆ, ਜਿਹੜੀ ਕੋਈ ਪੋਥੀ ਸਾਹਿਬ ਮਿਲੀ, ਕੋਈ ਗਿਆਨੀ ਜੀ ਮਿਲੇ, ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੈਂ ਕ੍ਰਾਸ ਵੈਰੀਫਾਈ ਕੀਤਾ। ਕਹਿਣ ਦਾ ਮਤਲਬ ਮਿਹਨਤ ਕੀਤੀ ਤਾਂ ਜਾ ਕੇ ਚੀਜ਼ਾਂ ਇਹ ਬਣ ਸਕੀਆਂ ਨੇ। ਤਾਂ ਮੈਂ ਇੱਥੇ ਕਿਹਾ ਸੀਗਾ ਵੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਦੂਜੀ ਉਦਾਸੀ ਹੋਈ ਹੈ ਰਾਜੇ, ਠੀਕ ਹੈ ਜੀ, ਉਹ ਕਦੋਂ ਹੋਈ ਹੈ? 1510 ਤੋਂ ਲੈ ਕੇ 1515 ਹੋਈ ਹੈ। ਠੀਕ ਹੈ, ਤਾਂ ਹੁਣ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ, ਜਿਹੜੀ ਪਹਿਲੀ ਉਦਾਸੀ ਦੀ ਗੱਲ ਕਰਦੇ ਆ ਨਾ ਆਪਾਂ, ਹੁਣ ਕਈ ਬੱਚੇ ਕਹਿੰਦੇ ਜੀ ਪਹਿਲੀ ਉਦਾਸੀ 1499 ਚ ਹੋਈ ਆ। ਮੈਂ ਉੱਥੇ ਲਿਖਵਾਇਆ ਸੀਗਾ ਪਹਿਲੀ ਉਦਾਸੀ 1497 ਨੂੰ ਹੋਈ ਸੀਗੀ। 1499 ਵੀ ਗਲਤ ਨਹੀਂ ਹੈਗਾ, ਪਰ 1497 ਤੋਂ ਲੈ ਕੇ 1509 ਤੱਕ ਪਹਿਲੀ ਉਦਾਸੀ ਹੋਈ ਹੈ, ਜਿਹੜੀ ਕਿ ਉੱਤਰ ਵੱਲ ਹੋਈ ਸੀਗੀ। ਫਿਰ ਉਸ ਤੋਂ ਬਾਅਦ 1510 ਤੋਂ ਲੈ ਕੇ, ਠੀਕ ਹੈ ਜੀ, 1515 ਨੂੰ ਕੀ ਹੋ ਗਈ ਜੀ? ਦੂਜੀ ਉਦਾਸੀ। ਜੇ ਮੈਂ ਤੀਜੀ ਉਦਾਸੀ ਦੀ ਗੱਲ ਕਰੂੰਗਾ ਰਾਜੇ, 1516 ਤੋਂ ਲੈ ਕੇ 1518, ਤੇ ਚੌਥੀ ਉਦਾਸੀ ਮਹਾਰਾਜ ਨੇ ਕੀਤੀ ਆ ਜੀ 1518 ਤੋਂ ਲੈ ਕੇ 1521 22 ਦੋਵੇਂ ਯਾਦ ਰੱਖਣੇ ਆ। 21 ਵੀ ਆ ਸਕਦਾ, 22 ਵੀ ਆ ਸਕਦਾ। ਹੁਣ ਇੱਕ ਵਾਰੀ ਥੋੜਾ ਜਿਹਾ ਆਪਾਂ ਕੋਰਸ ਵੱਲ ਵੱਧਦੇ ਆ। ਠੀਕ ਹੈ, ਕਈ ਬੱਚਿਆਂ ਨੂੰ ਸ਼ਾਇਦ ਐਂ ਹੋਊਗਾ ਵੀ ਸਰ ਵੈਸੇ ਹੀ ਕਹਿ ਰਹੇ ਆ, ਪਰ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਚੀਜ਼ ਯਕੀਨ ਦਿਵਾਉਣਾ ਚਾਹੁੰਦਾ ਵੀ ਤੁਸੀਂ ਜਿੰਨ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਹੋਊਗਾ ਤੁਸੀਂ ਮਤਲਬ ਕਿਤੇ ਪੜ੍ਹ ਨਹੀਂ ਸਕਦੇ ਧਿਆਨ ਦੇ ਨਾਲ। ਆ ਤੁਹਾਨੂੰ ਮੈਂ ਦੇਖੋ, ਆ ਆਪਣਾ ਕੋਰਸ ਪਿਆ, ਇਸ ਕੋਰਸ ਦੇ ਵਿੱਚ ਆ ਗੁਰੂ ਨਾਨਕ ਸਾਹਿਬ ਜੀ ਵਾਲੀ PDF ਮੈਂ ਖੋਲੀ ਹੋਈ ਆ। ਆ ਦੇਖੋ, ਇਹਦੇ ਵਿੱਚ ਆ ਦੇਖੋ, ਮੈਂ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਵਾਲੀ PDF ਹੈ ਆ। ਤਾਂ ਗੁਰੂ ਨਾਨਕ ਸਾਹਿਬ ਜੀ ਵਾਲੀ PDF ਦੇ ਵਿੱਚ ਦੇਖੋ, ਮੈਂ ਸਾਰਾ ਕੁਝ ਦੇਖੋ, ਕਿੱਤਾ ਕੁੱਤਾ ਕਿੰਨੇ ਸਾਲ ਦੀ ਉਮਰ ਵਾਲਾ ਕੁਐਸਚਨ ਵੀ, 7 ਸਾਲ ਦੀ ਉਮਰ ਵਾਲਾ ਕੁਐਸਚਨ ਵੀ ਆਇਆ ਹੋਇਆ। ਪਰ ਇੱਥੇ ਮੈਂ ਗੱਲ ਉਦਾਸੀ ਦੀ ਕਰਦਾ। ਦੇਖੋ, ਜਦੋਂ ਮੈਂ ਉਦਾਸੀ ਦੀ ਗੱਲ ਕੀਤੀ ਸੀਗੀ, ਅੱਗੇ ਚੱਲਦੇ ਦੇਖੋ ਪਹਿਲੀ ਉਦਾਸੀ ਆ ਗਈ। ਤਾਂ ਪਹਿਲੀ ਉਦਾਸੀ ਦਾ ਸਮਾਂ ਦੇਖੋ, ਮੈਂ 1497 ਤੋਂ 1508 ਲਿਖਿਆ ਹੋਇਆ। ਪੇਪਰ ਹੋਇਆ ਹਰ ਪਿਛਲੇ ਮਹੀਨੇ, ਪਰ ਕੋਰਸ ਆਪਣਾ ਹੋ ਗਿਆ ਘੱਟੋ ਘੱਟ 7-8 ਮਹੀਨੇ ਚੱਲਦੇ ਨੂੰ। ਤਾਂ ਦੂਜੀ ਉਦਾਸੀ ਤੁਹਾਡੇ ਸਾਹਮਣੇ ਹੀ ਆ ਰਾਜੇ। ਠੀਕ ਹੈ, ਇਹ ਮੈਂ ਪ੍ਰੂਫ ਤੁਹਾਨੂੰ ਤਾਂ ਦਿਖਾ ਰਿਹਾ ਕਿ ਬੱਚਿਆਂ ਨੂੰ ਯਕੀਨ ਹੋਣਾ ਬਹੁਤ ਜ਼ਰੂਰੀ ਹੈ। ਤਾਂ ਦੇਖੋ, ਦੂਜੀ ਉਦਾਸੀ 1510 ਤੋਂ 1515, ਤੇ ਆ ਤੁਹਾਡਾ ਪੇਪਰ ਪਿਆ, ਤੁਹਾਨੂੰ ਮੈਂ ਪੇਪਰ ਦਿਖਾ ਦਿੰਦਾ। ਦੇਖੋ, ਆ ਪੇਪਰ ਹੈ ਤੁਹਾਡਾ 1510 ਤੋਂ 1515। ਹੁਣ ਦੇਖੋ, ਮੈਂ ਥੋੜੀ ਬਣਾਇਆ ਪੇਪਰ। ਤਾਂ ਕਹਿਣ ਦਾ ਭਾਵ ਕੀ ਹੈਗਾ? ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ। ਜਦੋਂ ਮਿਹਨਤ ਕਰੋਗੇ ਨਾ ਤਾਂ ਤੁਸੀਂ ਠੋਕ ਕੇ ਕਹਿ ਸਕਦੇ ਆ, ਜੇ ਪੰਜਾਬੀ ਚ ਕਹਾਵਤ ਹੈ ਨਾ ਕਿ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ, ਤਾਂ ਇਹ ਗੱਲ ਹੁੰਦੀ ਹੈ। ਅੱਗੇ ਗੱਲ ਕਰਦੇ ਆ ਜੀ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆ ਆਪਾਂ। ਕਹਿੰਦਾ ਜੀ 79 ਦੇ ਵਿੱਚ ਕਿੰਨੇ ਅੰਕ ਹੋਰ ਜੋੜਨ ਤੇ 100 ਦਾ ਅੰਕੜਾ ਬਣਦਾ? ਇਹ ਤਾਂ ਚਲੋ ਬੜਾ ਸੌਖਾ ਹੀ ਹੈਗਾ ਵੀ, ਸਿੱਧਾ ਤੁਸੀਂ ਐਂ ਕਰ ਸਕਦੇ ਆ, 100 ਦੇ ਵਿੱਚੋਂ 79 ਘਟਾ ਸਕਦੇ ਆ, ਜਾਂ 79 ਵਿੱਚ ਕਿੰਨੇ ਜੋੜ ਕੇ ਦੇਖ ਲਓ ਵੀ ਕਿੰਨਾ 100 ਬਣਦਾ ਹੈ ਹਨਾ। ਇਹ ਤਾਂ ਬਹੁਤ ਸੌਖਾ ਜਿਹਾ ਹੈਗਾ ਵੀ ਜੇ ਆਪਾਂ ਘਟਾਈਏ 10 ਚ 9 ਕੱਟੇ ਕਿੰਨਾ ਹੋ ਗਿਆ ਜੀ? 1। ਠੀਕ ਹੈ ਜੀ, 8 ਇੱਥੇ ਕੀ ਹੋ ਗਿਆ ਜੀ ਆਪਣਾ? ਠੀਕ ਹੈ ਜੀ, ਇੱਥੋਂ ਆਪਾਂ ਲੈ ਲਿਆ ਆਂਸਰ। ਠੀਕ ਹੈ ਜੀ, 9 7 ਕੱਟੇ 2 ਹੋ ਗਏ, ਤਾਂ 21 ਆਊਗਾ ਆਂਸਰ। ਠੀਕ ਹੈ ਜੀ, ਤਾਂ ਰਾਈਟ ਆਂਸਰ ਕੀ ਬਣ ਗਿਆ? 21। ਇਹ ਤਾਂ ਬਹੁਤ ਸੌਖਾ ਜਿਹਾ ਪ੍ਰਸ਼ਨ ਸੀਗਾ। ਨੈਕਸਟ ਚੱਲਦੇ ਆ ਜੀ, ਆਪਾਂ ਅੱਗੇ ਮੂਵ ਕਰਦੇ ਆ, ਅਗਲਾ ਕੁਐਸਚਨ ਵੱਲ ਵੱਧਦੇ ਆ। ਅਗਲਾ ਕੁਐਸਚਨ ਆ ਗਿਆ ਰਾਜੇ। ਅਗਲਾ ਕੁਐਸਚਨ ਹੈਗਾ ਜੀ ਆਪਣੇ ਕੋਲੇ, ਸ਼ੁੱਧ ਵਿਕਲਪ ਚੁਣੋ। ਸ਼ੁੱਧ ਦੇਖੋ, ਸ਼ੁੱਧ ਆਪਾਂ ਨੂੰ ਬਹੁਤ ਆਉਂਦੇ ਆ। ਠੀਕ ਹੈ ਜੀ, ਹੁਣ ਦੇਖੋ, ਕਹਿੰਦਾ ਜੀ ਉਹ ਦਸੰਬਰ ਮਹੀਨੇ ਦੇ ਪਹਿਲੇ ਵੀਰਵਾਰ ਕਚਹਿਰੀ ਵਿੱਚ ਪੇਸ਼ ਹੋਵੇਗਾ। ਪੜ੍ਹ ਲਿਆ ਆਪਾਂ। ਹੁਣ ਦੇਖੋ, ਇੱਥੇ ਦਸੰਬਰ ਦੇ ਸਪੈਲਿੰਗ ਜਿਹੜੇ ਹੈਗੇ ਰਾਜੇ ਉਹ ਗਲਤ ਦਿੱਤੇ ਹੋਏ ਆ। ਠੀਕ ਹੈ ਜੀ, ਅੱਗੇ ਚੱਲੀਏ ਤਾਂ ਇੱਥੇ ਵੀਰਵਾਰ ਦੇ ਸਪੈਲਿੰਗ ਗਲਤ ਦਿੱਤੇ ਹੋਏ ਆ। ਅੱਗੇ ਚੱਲੀਏ ਜੀ, ਇੱਥੇ ਦਸੰਬਰ ਦੇ ਸਪੈਲਿੰਗ ਵੀ ਗਲਤ ਹੈ, ਤੇ ਇੱਥੇ ਠੀਕ ਹੈ ਜੀ ਕਚਹਿਰੀ ਦੇ ਸਪੈਲਿੰਗ ਵੀ ਗਲਤ ਹੈ। ਤਾਂ ਜਿਹੜਾ ਬਿਲਕੁਲ ਸ਼ੁੱਧ ਬਣਿਆ ਰਾਜੇ ਉਹ ਕਿਹੜਾ? ਦਸੰਬਰ। ਦੇਖੋ, ਮਹੀਨਿਆਂ ਦੇ ਨਾਮ ਵੀ ਆਉਣੇ ਚਾਹੀਦੇ ਆ ਤੁਹਾਨੂੰ। ਠੀਕ ਹੈ ਜੀ, ਦਿਨਾਂ ਦੇ ਨਾਮ ਵੀ ਆਉਣੇ ਚਾਹੀਦੇ ਆ, ਤੇ ਕਚਹਿਰੀ ਸ਼ਬਦ ਪਤਾ ਹੋਣਾ ਚਾਹੀਦਾ ਹੈ। ਤਾਂ ਰਾਈਟ ਆਂਸਰ ਕੀ ਬਣ ਗਿਆ ਤੁਹਾਡਾ? A ਬਣ ਗਿਆ। ਅੱਗੇ ਆ ਗਿਆ ਜੀ, ਕਹਿੰਦਾ ਵਿਦਿਆਰਥੀਆਂ ਨੇ ਪਾਠ ਪੜ੍ਹਿਆ, ਤੇ ਵਾਕ ਦੇ ਵਿੱਚ ਕਹਿੰਦਾ ਜਿਹੜਾ ਸ਼ਬਦ ਯੂਜ਼ ਕੀਤਾ ਉਹਨਾਂ ਨੇ ਵਿਦਿਆਰਥੀਆਂ, ਇਹ ਹੈ ਕੀ ਆ? ਵਿਦਿਆਰਥੀਆਂ ਸ਼ਬਦ ਰਾਜੇ, ਜਿਹੜਾ ਵਿਦਿਆਰਥੀਆਂ ਹੈਗਾ, ਦੇਖੋ ਇੱਕ ਤਾਂ ਇਹ ਬਹੁਵਚਨ ਹੈਗਾ, ਇਹ ਪਤਾ ਲੱਗ ਗਿਆ ਆਪਾਂ ਨੂੰ। ਇੱਕ ਵਚਨ ਤਾਂ ਹੈ ਹੀ ਨਹੀਂਗਾ, ਬਹੁਵਚਨ ਹੈ। ਪਰ ਹੁਣ ਬਹੁਵਚਨ ਦੇ ਨਾਲ ਨਾਲ ਕੀ ਕਰ ਰਿਹਾ? ਸੰਬੰਧ ਪੈਦਾ ਕਰ ਰਿਹਾ। ਦੇਖੋ, ਵਿਦਿਆਰਥੀਆਂ ਨੇ ਪਾਠ ਪੜ੍ਹਿਆ, ਤਾਂ ਕੀ ਬਣ ਜੂਗਾ ਰਾਜੇ? ਇਹ ਬਹੁਵਚਨ ਸੰਬੰਧ ਕੀ ਬਣ ਜੂਗਾ? ਠੀਕ ਹੈ ਜੀ, ਕਲੀਅਰ ਹੋ ਰਹੀ ਹੈ ਨਾ ਗੱਲ? ਪਰ ਥੋੜਾ ਜਿਹਾ ਦਿਮਾਗ ਲਾਉਣ ਦੀ ਜ਼ਰੂਰਤ ਹੈ। ਅੱਗੇ ਕਹਿੰਦਾ ਜਿਹੜੇ ਵਿਸਮਿਕ ਸ਼ਬਦ ਹੁੰਦੇ ਆ ਬੁਲਾਰੇ ਦੀ ਮਨੋਸਥਿਤੀ ਨੂੰ ਕਿਸ ਪੱਧਰ ਤੇ ਸਾਕਾਰ ਕਰਦੇ ਨੇ? ਤੁਹਾਨੂੰ ਮੈਂ ਦੱਸਿਆ ਵੀ ਆ ਵਿਸਮਿਕ ਚਿੰਨ ਹੁੰਦਾ ਹੈ। ਜਿਹੜੇ ਵਿਸਮਿਕ ਸ਼ਬਦ ਹੁੰਦੇ ਆ, ਜਿਵੇਂ ਆਪਾਂ ਕਹਿ ਦਿੰਦੇ ਆ ਵਾਹ, ਕਾਸ਼, ਜਿਹੜੇ ਆਪਣੀ ਜਿਹੜੀ ਮਨੋਭਾਵਨਾਵਾਂ ਹੁੰਦੀ ਹੈ ਨਾ, ਮਨੋਸਥਿਤੀ ਹੁੰਦੀ ਹੈ ਕਿਸੇ ਬੰਦੇ ਦੀ, ਉਹਨੂੰ ਪੇਸ਼ ਕਰਦੇ ਹੁੰਦੇ ਆ ਵੀ ਉਹ ਹੈਰਾਨੀਜਨਕ ਹੈ, ਜਾਂ ਮਤਲਬ ਕਹਿ ਦਿਓ ਸ਼ੁਕਰਾਨੇ ਤੌਰ ਤੇ, ਜਾਂ ਫਿਰ ਸੰਬੋਧਕੀ ਤੌਰ ਤੇ ਕਹਿ ਰਿਹਾ ਹੈ ਨਾ, ਤਾਂ ਉਹਦੀ ਮਨੋਸਥਿਤੀ ਨੂੰ ਕੀ ਕਰਦੇ? ਦਰਸਾਉਂਦੇ ਹੁੰਦੇ ਆ। ਹੁਣ ਕਹਿੰਦਾ ਜਿਹੜੇ ਵਿਸਮਿਕ ਸ਼ਬਦ ਹੁੰਦੇ ਆ, ਕਹਿੰਦਾ ਬੁਲਾਰੇ ਦੀ ਮਨੋਸਥਿਤੀ ਨੂੰ ਕਿਸ ਪੱਧਰ ਤੇ ਸਾਕਾਰ ਕਰਦੇ ਆ। ਠੀਕ ਹੈ, ਪਰ ਹੁਣ ਦੇਖੋ, ਜਿਹੜਾ ਇੱਥੇ PEET+ ਬੋਰਡ ਨੇ ਆਂਸਰ ਲਾਇਆ ਉਹ ਲਾਇਆ ਭਾਸ਼ਾਈ ਪੱਧਰ ਤੇ,
ਤਾਂ ਬਿਲਕੁਲ ਠੀਕ ਹੈ, ਭਾਸ਼ਾਈ ਪੱਧਰ ਤੇ ਆਊਗਾ। ਬਹੁਤੇ ਬੱਚੇ ਬੀ ਲਾ ਕੇ ਆਉਣਗੇ, ਭਾਵਨਾਤਮਕ ਪੱਧਰ ਤੇ ਲਾ ਕੇ ਆਉਣਗੇ। ਨਹੀਂ, ਭਾਵਨਾਤਮਕ ਪੱਧਰ ਤਾਂ ਇਹ ਹੋ ਗਿਆ ਵੀ ਆਪਾਂ ਜਦੋਂ ਮਤਲਬ ਜੋ ਸ਼ਬਦ ਆਪਣੇ ਮਨ ਚ ਆਏ ਉਹ ਆਪਣੀ ਭਾਵਨਾ ਕਰਕੇ ਆਏ, ਆਪਣੀ ਮਨੋਸਥਿਤੀ, ਮਤਲਬ ਆਪਾਂ ਹੈਰਾਨ ਸੀਗੇ, ਆਪਾਂ ਗਮ ਚ ਸੀਗੇ, ਆਪਾਂ ਕਿਸੇ ਨੂੰ ਸੰਬੋਧਨ ਕਰ ਰਹੇ ਸੀ। ਪਰ ਜਦੋਂ ਆਪਾਂ ਵਿਸਮਿਕ ਲਿਖ ਰਹੇ ਹੁੰਦੇ ਆ ਤਾਂ ਭਾਸ਼ਾਈ ਪੱਧਰ ਤੇ ਹੁੰਦੇ ਆ, ਠੀਕ ਹੈ ਜੀ। ਉਬਲਾਰੇ ਦੀ ਕੀ ਕਰਦੇ ਆ, ਭਾਸ਼ਾਈ ਪੱਧਰ ਤੇ ਕੀ ਕਰਦੇ ਆ, ਉਹਨੂੰ ਸਕਾਰ ਕਰਦੇ ਆ, ਠੀਕ ਹੈ। ਤਾਂ ਰਾਈਟ ਆਂਸਰ ਜੇ ਡੀ ਬਣੂਗਾ। ਅੱਗੇ ਗੱਲ ਕਰਦੇ ਆ ਜੀ, ਨੈਕਸਟ ਚੱਲਦੇ ਆ ਆਪਾਂ। ਤਾਂ ਨਾਲ ਨਾਲ ਤੁਹਾਨੂੰ ਮੈਂ ਗਲਤੀਆਂ ਵੀ ਦੱਸ ਰਿਹਾ ਵੀ ਜਿਹੜੀਆਂ ਗਲਤੀਆਂ ਤੁਸੀਂ ਕਰਦੇ ਹੋ। ਅਗਲਾ ਕੁਐਸਚਨ ਜਿਹੜਾ ਹੈਗਾ ਇਹ ਅੰਗਰੇਜ਼ੀ ਦਾ, ਵੈਸੇ ਚਲੋ ਕੋਈ ਗੱਲ ਨਹੀਂ। ਕਹਿੰਦਾ ਹੀ ਵਾਜ਼ ਮੇਕਿੰਗ ਅ ਫਨ ਆਫ ਮੀ, ਠੀਕ ਹੈ। ਤਾਂ ਇਹ ਬਹੁਤ ਸੌਖਾ ਹੈ, ਅਕਸਰ ਆਪਾਂ ਛੋਟੇ ਹੁੰਦੇ ਕਰਦੇ ਹੀ ਰਹੇ ਹਾਂ ਵੀ ਕਹਿੰਦਾ ਉਹ ਮੇਰਾ ਮਜ਼ਾਕ ਉਡਾ ਰਿਹਾ ਸੀ, ਠੀਕ ਹੈ ਜੀ। ਇਹਦਾ ਸੀ ਆਂਸਰ ਆਊਗਾ। ਅੱਗੋਂ ਆ ਗਿਆ ਜੀ, ਕਹਿੰਦਾ ਪੰਜਾਬੀ ਸ਼ਬਦ ਰੂਪ ਤੇ ਸ਼ਬਦ ਜੋੜ ਕੋਸ਼। ਹੁਣ ਇਹ ਬਹੁਤਿਆਂ ਨੂੰ ਨਹੀਂ ਪਤਾ ਹੋਊਗਾ ਰਾਜੇ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਠੀਕ ਹੈ ਜੀ, ਯਾਦ ਰੱਖਣਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਬਹੁਤ ਵੱਡਾ ਸ਼ਬਦ ਕੋਸ਼, ਠੀਕ ਹੈ। ਜੋ ਤੁਸੀਂ ਗੂਗਲ ਤੇ ਵੀ ਸਰਚ ਕਰਦੇ ਹੋਵੋਗੇ, ਪੰਜਾਬੀ ਪੀਡੀਆ ਕਰਕੇ ਇੱਕ ਵੈਬਸਾਈਟ ਖੁੱਲਦੀ ਹੈ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈ। ਕੋਈ ਸ਼ਬਦ ਅਗਰ ਤੁਹਾਨੂੰ ਨਹੀਂ ਮਿਲਦਾ, ਤੁਹਾਨੂੰ ਉੱਥੇ ਮਿਲ ਜੂਗਾ। ਉਹਦਾ ਕਾਰਨ ਕੀ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇੱਕ ਸ਼ਬਦ ਰੂਪ ਤੇ ਸ਼ਬਦ ਜੋੜ ਦਾ ਇੱਕ ਕੋਸ਼ ਤਿਆਰ ਕੀਤਾ। ਕੋਸ਼ ਦਾ ਮਤਲਬ ਹੁੰਦਾ ਡਿਕਸ਼ਨਰੀ, ਆਪਣੀ ਖੁਦ ਦੀ ਡਿਕਸ਼ਨਰੀ ਤਿਆਰ ਕੀਤੀ ਹੈ। ਤਾਂ ਇਹਦਾ ਰਾਈਟ ਆਂਸਰ ਬਣਦਾ ਰਾਜੇ ਡੀ ਬਣਦਾ। ਇਹਨਾਂ ਨੇ ਇਹ ਪੁੱਛਿਆ ਵੀ ਕਿਹਦੇ ਵੱਲੋਂ ਛਾਪਿਆ ਗਿਆ, ਤਾਂ ਇਹ ਛਾਪਿਆ ਗਿਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ। ਅੱਗੇ ਗੱਲ ਕਰਦੇ ਹਾਂ ਜੀ, ਦੇਖੋ ਗੁਰਤਾ ਗੱਦੀ। ਮੈਂ ਤੁਹਾਨੂੰ ਇਹ ਵੀ ਬਹੁਤ ਵਾਰੀ ਕੁਐਸਚਨ ਕਿਹਾ ਸੀਗਾ ਵੀ ਗੁਰਤਾ ਗੱਦੀ ਦੇਖੋ, ਹੁਣ ਕਈ ਸਿਲੇਬਸ ਦੇ ਵਿੱਚ ਤੀਜੇ ਪਾਤਸ਼ਾਹ ਮੈਂਸ਼ਨ ਨਹੀਂ ਹੈਗੇ, ਠੀਕ ਹੈ। ਸਿਲੇਬਸ ਦੇ ਵਿੱਚ ਕੀ ਹੈ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ। ਪਰ ਮੈਂ ਜਦੋਂ ਕੋਰਸ ਚਲਾਇਆ, ਮੈਂ ਸਪੈਸ਼ਲ ਬੱਚਿਆਂ ਨੂੰ ਉੱਥੇ ਇੱਕ ਨੋਟ ਲਿਖਿਆ ਵੀ ਚਾਹੇ ਸਿਲੇਬਸ 'ਚ ਨਹੀਂ ਵੀ ਹੈਗਾ, ਤੁਸੀਂ ਐਕਸਟਰਾ ਪੜ੍ਹਨਾ। ਉਹਦਾ ਕਾਰਨ ਕੀ ਹੈ ਵੀ ਸਾਰੇ ਗੁਰੂ ਸਾਹਿਬਾਨ ਦੀ ਜੀਵਨੀ ਆਪਾਂ ਨੂੰ ਆਉਣੀ ਚਾਹੀਦੀ, ਕਿਉਂਕਿ ਪੰਜਾਬ ਜੀ ਕਿਸ ਦਾ ਕੰਮ ਆਊਗੀ ਆਪਣੇ। ਤਾਂ ਇੱਥੇ ਗੱਲ ਦੇਖੋ, ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਸਮੇਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਜਿਹੜੇ ਸੀਗੇ, ਉਹਨਾਂ ਦੀ ਉਮਰ ਕਿੰਨੀ ਸੀਗੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਚੀਜ਼ ਮੈਰਾਥਨ ਦੇ ਵਿੱਚ ਕਰਵਾਈ ਸੀ, ਹਰ ਇੱਕ ਗੁਰੂ ਸਾਹਿਬ ਦਾ ਗੁਰਤਾ ਗੱਦੀ ਛੱਡੋ, ਸਮਾਂ ਕਾਲ ਪਤਾ ਹੋਣਾ ਜ਼ਰੂਰੀ ਹੈ। ਹੁਣ ਸਮਾਂ ਕਾਲ ਕੀ ਹੈ ਗੁਰੂ ਸਾਹਿਬ ਜੀ ਦਾ, 1479 ਤੋਂ ਲੈ ਕੇ 1574 ਹੈ। ਤੇ ਗੱਦੀ ਤੇ ਕਦੋਂ ਬੈਠਦੇ ਆ ਜੀ, 1552 ਨੂੰ ਬੈਠਦੇ ਆ। ਤਾਂ ਕਿੰਨੇ ਸਾਲ ਬਣੇ ਰਾਜੇ, 73 ਸਾਲ ਬਣੇ। ਹੁਣ ਦੇਖੋ, ਤੁਹਾਨੂੰ ਮੈਂ ਕੋਰਸ ਵੱਲ ਲੈ ਕੇ ਚੱਲਦਾ। ਕੋਰਸ ਵੱਲ ਜਾਣ ਦਾ ਤੁਹਾਨੂੰ ਕਾਰਨ ਇਹ ਹੈ ਵੀ ਤੁਹਾਨੂੰ ਦਿਖਾਉਣਾ ਪੜ੍ਹਨਾ ਕਿਵੇਂ ਆ, ਜ਼ਿੰਦਗੀ 'ਚ ਪੜ੍ਹਨ ਦਾ ਵੀ ਤਰੀਕਾ ਹੋਣਾ ਚਾਹੀਦਾ। ਦੇਖੋ, ਮੈਂ ਉੱਥੇ ਨੋਟ ਲਿਖਿਆ ਵੀ ਸਿਲੇਬਸ ਵਿੱਚ ਚਾਹੇ ਗੁਰੂ ਅਮਰਦਾਸ ਜੀ ਬਾਰੇ ਪੜ੍ਹਨ ਨੂੰ ਨਹੀਂ ਲਿਖਿਆ ਗਿਆ, ਪਰ ਆਪਾਂ ਇਸ ਕੋਰਸ ਵਿੱਚ 100% ਤਿਆਰੀ ਕਰ ਰਹੇ ਹਾਂ। ਤਾਂ ਕਰਕੇ ਆਪਾਂ ਕੀ ਕਰਾਂਗੇ ਜੀ, ਤੀਜੇ ਪਾਤਸ਼ਾਹ ਦੀ ਜੀਵਨੀ ਥੋੜੀ ਜਿਹੀ ਸੰਖੇਪ ਦੇ ਵਿੱਚ ਪੜਾਂਗੇ। ਤਾਂ ਦੇਖੋ, 1479 ਤੋਂ 1574 ਕੀ ਹੈ ਜੀ ਇਹਨਾਂ ਦਾ ਜੀਵਨ ਕਾਲ ਹੈ। 1552 ਨੂੰ ਇਹਨਾਂ ਨੂੰ ਮਿਲੀ ਸੀ ਖਡੂਰ ਸਾਹਿਬ ਵਿਖੇ ਗੱਦੀ। ਤਾਂ ਹੁਣ ਤੁਸੀਂ ਮਾਈਨਸ ਕਰਕੇ ਦੇਖ ਲਓ, 1574 ਦੇ ਵਿੱਚ 1552 ਤਾਂ 73 ਜਾਂ ਇੱਥੇ ਐਂ ਕਹਿ ਲਓ 1479 ਦੇ ਵਿੱਚ 73 ਜੋੜੋਗੇ ਤਾਂ 1552 ਬਣੂਗਾ। ਤਾਂ ਕਹਿਣ ਦਾ ਮਤਲਬ ਕੀ ਹੈ ਜੀ, 73 ਸਾਲ ਦੀ ਉਮਰ ਦੇ ਵਿੱਚ ਕੀ ਮਿਲੀ ਸੀ ਇਹਨਾਂ ਨੂੰ, ਗੁਰਤਾ ਗੱਦੀ ਮਿਲੀ ਸੀਗੀ। ਤਾਂ ਹੀ ਮੈਂ ਕਹਿੰਦਾ ਹੁੰਦਾ ਥੋੜਾ ਧਿਆਨ ਨਾਲ ਪੜੋ ਬੇਟਾ, ਇਹ ਜਿਹੜੇ ਸਮੇਂ ਕਾਲ ਹੈਗੇ ਨੇ ਇਹ ਤੁਹਾਨੂੰ ਗੂਗਲ ਤੇ ਸਹੀ ਨਹੀਂ ਮਿਲਣੇ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ, ਨੈਕਸਟ ਕੁਐਸਚਨ ਵੀ ਬਹੁਤ ਵਧੀਆ ਹੈਗਾ, ਜਿਹਦੇ ਬਾਰੇ ਅਕਸਰ ਬੱਚੇ ਕੀ ਕਰਨਗੇ, ਗਲਤੀ ਕਰਨਗੇ। ਹੋ ਸਕਦਾ ਉਹਨਾਂ ਨੇ ਪਹਿਲੀ ਵਾਰੀ ਪੜਿਆ ਹੋਵੇ। ਸੁਬਰ ਕੀ ਹੁੰਦਾ ਰਾਜੇ, ਸੁਬਰ। ਸੁਬਰ ਬੇਸਿਕਲੀ ਇੱਕ ਕੱਪੜਾ ਹੁੰਦਾ ਹੈ, ਕੱਪੜਾ ਕਹਿ ਲਓ, ਠੀਕ ਹੈ। ਜਿਹੜੀ ਕੁੜੀ ਜਿਵੇਂ ਇੱਕ ਫੁਲਕਾਰੀ ਹੁੰਦੀ ਨਾ, ਫੁਲਕਾਰੀ ਦੇ ਅਲੱਗ-ਅਲੱਗ ਕੀ ਹੁੰਦੇ ਰਾਜੇ, ਰੂਪ ਹੁੰਦੇ ਆ। ਸਾਰੇ ਮੈਂ ਮੈਰਾਥਨ 'ਚ ਵੀ ਕਰਵਾਏ ਹੋਏ ਆ, ਪੇਡ ਬੈਚ 'ਚ ਵੀ ਕਰਵਾਏ ਆ। ਫੁਲਕਾਰੀ ਵੱਖਰੀ-ਵੱਖਰੀ ਤਰ੍ਹਾਂ ਦੀ ਫੁਲਕਾਰੀਆਂ ਹੁੰਦੀਆਂ ਨੇ। ਤਾਂ ਸੁਬਰ ਇੱਕ ਫੁਲਕਾਰੀ ਦਾ ਹੀ ਰੂਪ ਹੈਗਾ। ਪਰ ਜਿਹੜੀ ਇਹ ਸੁਬਰ ਫੁਲਕਾਰੀ ਹੁੰਦੀ ਹੈ ਨਾ ਰਾਜੇ, ਸੁਬਰ ਵੀ ਕਹਿ ਦਿੰਦੇ ਆ, ਸੁਬਰ ਵੀ ਕਹਿ ਦਿੰਦੇ ਆ। ਜਿਹੜੀ ਸੁਬਰ ਫੁਲਕਾਰੀ ਹੈਗੀ ਹੈ, ਬੇਸਿਕਲੀ ਜਿਹੜੀ ਕੁੜੀ ਹੁੰਦੀ ਨਾ, ਜਿਹਦਾ ਵਿਆਹ ਹੁੰਦਾ, ਉਹਦੇ ਸਿਰ ਦੇ ਉੱਪਰ ਲੈਂਦੀ ਉਹ, ਠੀਕ ਹੈ। ਵਿਆਹੰਦੜ ਕੁੜੀ ਦੇ ਸਿਰ ਦਾ ਕੱਪੜਾ ਨੂੰ ਕੀ ਕਹਿ ਦਿੰਦੇ ਆ ਜੀ, ਸੁਬਰ ਕਹਿ ਦਿੰਦੇ। ਹੁੰਦੀ ਇਹ ਫੁਲਕਾਰੀ ਹੈ ਰਾਜੇ, ਠੀਕ ਹੈ। ਨੈਕਸਟ ਚੱਲਦੇ ਆ ਜੀ ਆਪਾਂ, ਨੈਕਸਟ ਅਗਲਾ ਕੁਐਸਚਨ ਵੇਖਦੇ ਹਾਂ, 11ਵਾਂ। ਅਗਲਾ ਕੁਐਸਚਨ ਆ ਗਿਆ ਜੀ ਆਪਣੇ ਕੋਲੇ, ਅਲੌਕਿਕ ਦਾ ਸਮਾਨਾਰਥੀ ਨਹੀਂ ਹੈਗਾ। ਅਲੌਕਿਕ ਸ਼ਬਦ ਦਾ ਸਮਾਨਾਰਥੀ, ਅਲੌਕਿਕ ਹੁੰਦਾ ਹੈ ਆਪਾਂ ਕਹਿੰਦੇ ਨੇ ਨਾ ਬੇਮਿਸਾਲ, ਆਪਾਂ ਵੇਖਿਆ ਹੀ ਨਹੀਂਗਾ। ਅਨੂਠਾ ਵੀ ਕਹਿ ਦਿੰਦੇ ਇਹਨੂੰ, ਅਲੋਕਾਰ ਵੀ ਕਹਿ ਦਿੰਦੇ ਆ, ਅਲੋਕਾਰ ਵੀ ਕਹਿ ਦਿੰਦੇ ਆ। ਆਹ ਸ਼ਬਦ ਤੁਸੀਂ ਸ਼ਾਇਦ ਪਹਿਲੀ ਵਾਰ ਸੁਣੇ ਹੋਣਗੇ, ਅਨੂਠਾ, ਬੇਮਿਸਾਲ ਤੇ ਅਲੋਕਾਰ। ਇਹ ਸਾਰੇ ਅਲੌਕਿਕ ਸ਼ਬਦ ਦੇ ਕੀ ਹੈਗੇ ਆ ਰਾਜੇ, ਸਮਾਨਾਰਥੀ ਹੈਗੇ। ਪਰ ਜਿਹੜਾ ਭੌਤਿਕ ਹੈਗਾ ਸ਼ਬਦ, ਇਹ ਸਮਾਨਾਰਥੀ ਨਹੀਂ ਹੈਗਾ। ਕਿਉਂਕਿ ਭੌਤਿਕ ਦਾ ਮਤਲਬ ਕੀ ਹੁੰਦਾ, ਫਿਜ਼ੀਕਲ। ਜਿਵੇਂ ਆਪਾਂ ਕਹਿੰਦੇ ਨੇ ਨਾ ਭੌਤਿਕ ਵਿਗਿਆਨ, ਤਾਂ ਫਿਜ਼ੀਕਲ ਦਾ ਮਤਲਬ ਕੀ ਹੁੰਦਾ ਰਾਜੇ, ਭੌਤਿਕ ਹੁੰਦਾ। ਚਲੋ ਜੀ ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਜੀ ਟੈਸਟਰ। ਟੈਸਟਰ ਦਾ ਮਤਲਬ ਕੀ ਹੁੰਦਾ ਰਾਜੇ, ਹੁਣ ਦੇਖੋ ਧਿਆਨ ਦੇ ਨਾਲ, ਟੈਸਟਰ ਦਾ ਮਤਲਬ ਕੀ ਹੁੰਦਾ ਰਾਜੇ, ਟੈਸਟਰ ਦਾ ਮਤਲਬ ਹੁੰਦਾ ਜਿਹੜਾ ਵਸੀਅਤ ਕਰਦਾ। ਵਸੀਅਤਕਾਰ ਨੂੰ ਕੀ ਕਹਿ ਦਿੰਦੇ ਆ ਰਾਜੇ, ਟੈਸਟਰ ਕਹਿ ਦਿੰਦੇ ਆ। ਹੁਣ ਤੁਹਾਨੂੰ ਨਾਲ ਕੀ ਆ ਰਾਜੇ, ਇਹ ਵੀ ਪਤਾ ਹੋਣਾ ਚਾਹੀਦਾ ਵੀ ਲੇਖਾਕਾਰ ਕੀ ਹੁੰਦਾ। ਹੁਣ ਲੇਖਾਕਾਰ ਸਭ ਨੂੰ ਪਤਾ ਹੀ ਹੋਊਗਾ, ਅਕਾਊਂਟੈਂਟ ਨੂੰ ਕਹਿ ਦਿੰਦੇ ਆ। ਕਿਹਨੂੰ ਕਹਿ ਦਿੰਦੇ ਆ ਰਾਜੇ, ਅਕਾਊਂਟੈਂਟ ਨੂੰ ਲੇਖਾਕਾਰ ਕਹਿ ਦਿੰਦੇ ਆ। ਨਿਰੀਖਕ ਕਿਹਨੂੰ ਕਹਿ ਦਿੰਦੇ ਆ, ਜਿਹੜਾ ਪੇਪਰਾਂ ਦੇ ਵਿੱਚ ਜਿਵੇਂ ਅਬਜ਼ਰਵਰ ਨਹੀਂ ਹੁੰਦਾਗਾ, ਅਬਜ਼ਰਵਰ, ਉਹਨੂੰ ਕਹਿ ਦਿੰਦੇ ਆ ਨਿਰੀਖਕ, ਠੀਕ ਹੈ, ਨਿਰੀਖਕ। ਤੇ ਖਰੜਾਕਾਰ ਕਿਹੜਾ ਹੁੰਦਾ ਰਾਜੇ, ਖਰੜਾਕਾਰ ਹੁੰਦਾ ਜਿਹੜਾ, ਜਿਵੇਂ ਆਪਾਂ ਕਹਿੰਦੇ ਨਾ ਡਰਾਫਟਸਮੈਨ ਦੀਆਂ ਪੋਸਟਾਂ ਵੀ ਆਉਂਦੀਆਂ ਨੇ ਰਾਜੇ, ਡਰਾਫਟਸਮੈਨ, ਠੀਕ ਹੈ ਜੀ, ਉਹਨੂੰ ਕਹਿ ਦਿੰਦੇ ਆ ਖਰੜਾਕਾਰ।
ये सारे अंग्रेजी के शब्द तुहानूं पता होने चाहिए है। ठीक है जी, निरीखक, खरड़ाकार, लेखाकार, वसीयतकार, ठीक है जी, ये सारे शब्द बार बार पूछे जाएंगे तुहानूं। अगले क्वेश्चन वाल चलते हैं जी। अगे कहता जी, दो दरियावां विचले इलाके का नाम दुबाब किस समय प्रचलित होया। जिवें पढ़ते ना भी माझा भी दो दो दरियावां दे विचकार पैंदा है, दुआबा भी पैंदा है, ठीक है, में मालवा भी पैंदा है, तो वो सेंटर जिहड़ा पॉइंट उन्हां नूं दुआब कहते हैं। ठीक है जी, आपां कह पढ़िया होया ना बारी दुआब, रचन दुआब, आपां पढ़ते हैं ना। पर ये जिहड़ा नाम सीगा दुआब या दाब कह लो, ये कदों प्रचलित होया राजे? ये प्रचलित होया राजे अकबर के समय होया। ठीक है जी, अकबर के समय होया, याद रख लो। अगला क्वेश्चन आ गया जी, आड़े नूं कन्ने दे नाल पिछेतर नाल बनने वाला सही शब्द। हुण देखो ये सच्चा है। हुण देखो मैं तुहानूं दसदा, आड़े दा कन्ने दा मतलब हैगा इत्थे कन्ना हुंदा, कन्ने नूं आड़ा, आड़े नूं कन्ना कहंदे पंजाबी दे विच। हुण देखो सच प्लस आ तां की बन गया सच्चा, झूठ प्लस आ तां की बन गया राजे झूठा। ठीक है जी, ये सारे इस तरह शब्द बनते हैं, सच प्लस आ सच्चा, झूठ प्लस आ झूठा, जां आपां कहते हैं झूठा, झूठ प्लस आ झूठा, जां फिर आपां कोई जिवें आपां कहते हैं प्यारा, प्यार प्लस आ प्यारा। ये सारे शब्द आ नाल बन रहे हैं, तो ये देखो ना नक्का बनता ना गत्ता बनता। ठीक है जी, हुण ये ना कह दो नक प्लस आ नक्का, वो नक्का वो नहीं हैगा गा। नक्के का मतलब हुंदा है जिवें पिंडां च खाला नहीं हुंदा, खाला जिन्हों खड्ड भी कह दिंदे कई जगह ते। ठीक है जी, जिहदे च पानी वगदा हुंदा उत्थे नक्का लगाउण नूं कहंदे आ। तां अपने वालों नहीं बनाउणेगे। सच, सच का मतलब की हुंदा सच प्लस आ, जिहदे अंदर सच है वो सच्चा है, जिहदे अंदर झूठ है झूठा है। ठीक है, तो ध्यान नाल बनाउणे आ। अगे चलते हैं जी, आपां नैक्सट क्वेश्चन वाल मूव करते हैं। अगला प्रश्न हैगा जी अपने कोले, मैं अज बिल्कुल आराम नाल करवा रहा, उसका कारण की है, पेपर बहुत सोहना है, तुहानूं पढ़ाउण वास्ते मैं बिल्कुल आराम नाल क्लास ला रहा, तुसीं फास्ट करने होई कर लिओ। कहता जी, किस शब्द के नाल हेठ लिखियां विचों किहड़े गेतर की वरतों नकारात्मक अर्थां नूं दर्शाउंदी है। नकारात्मक का मतलब हुंदा है नैगेटिव, ना नावाची जिहनूं आपां कह दिंदे आ। हुण नावाची वास्ते आपां राजे की करदे, हुण कई बच्चे अण कह देणगे। ठीक है जी, अणविआहा, अण कह देणगे। ठीक है, पर अण नहीं आऊगा, इत्थे बद आऊगा। हुण तुहानूं मैं दसदा इहदा कारण की है। हुण जिवें आपां कह दिंदे आ फलाना बंदा की है यार बदनाम है। ठीक है जी, नाम नाम किहदा हुंदा जिहड़ा चंगे काम करूगा, बदनाम। तां इह की हो गया जी, नैगेटिव वास्ते हो गया। जिवें आपां कह दिंदे यार वो बंदा बड़ा बदमाश है। ठीक है जी, बदमाश किहदे वास्ते वरतदे आपां? नैगेटिव चीज़ वास्ते। जे आपां कह दिंदे आ बदफैली, ठीक है, बदफैली का मतलब की हुंदा है भी जिवें बेइज्जती हो जाती है सारे पासे, कोई गल फैल जाती है उन्होंने बदफैली कह दिंदे आ। जिवें मतलब जिहड़ी कोई नैगेटिव गल फैलदी है उन्होंने बदफैली कह दिंदे आ। जे आपां कह दिंदे यार मैनूं बददुआ ना देईं, बददुआ। ठीक है जी, बददुआ कह दिंदे आपां। ਤਾਂ ਇਸ ਤਰ੍ਹਾਂ ਕੀ ਹੁੰਦਾ ਰਾਜੇ, ਜਿਹੜੇ ਇਹ ਸ਼ਬਦ ਹੁੰਦੇ ਆ ਨਕਾਰਾਤਮਕ ਸ਼ਬਦ ਹੁੰਦੇ ਆ ਉਹ ਬਦ ਸ਼ਬਦ ਨਾਲ ਕੀ ਹੈ ਵਰਤੇ ਜਾਂਦੇ ਆ। ਅੱਗੇ ਆ ਗਿਆ ਜੀ, ਕਹਿੰਦਾ ਝੂਮਰ ਵਾਸਤੇ ਕਿਹੜਾ ਵਿਸ਼ੇਸ਼ ਸਾਜ਼ ਵਰਤਿਆ ਜਾਂਦਾ ਹੈ। ਪਹਿਲੇ ਵੀ ਕਿਸੇ ਪੇਪਰ 'ਚ ਆਇਆ ਹੋਇਆ ਰਾਜੇ, ਇਹਦੇ ਵਾਸਤੇ ਢੋਲ ਵਰਤਿਆ ਜਾਂਦਾ ਹੈ, ਇਹ ਪਹਿਲਾਂ ਵੀ ਆਇਆ ਹੋਇਆ। ਠੀਕ ਹੈ ਜੀ, ਇਹਨੂੰ ਨੋਟ ਕਰ ਲਿਓ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ? ਤੁਹਾਨੂੰ ਪਤਾ ਵੀ ਭਾਸ਼ਾ ਦੇ ਆਧਾਰ ਤੇ ਹਰਿਆਣੇ ਨੂੰ ਵੱਖ ਕੀਤਾ ਸੀ, ਕਦੋਂ ਕੀਤਾ ਸੀਗਾ? ਮਾਡਰਨ ਪੰਜਾਬ ਬਣਿਆ ਸੀ 1 ਨਵੰਬਰ 1966 ਨੂੰ ਬਣਿਆ ਸੀਗਾ। ਇਹ ਆਪਾਂ ਸਭ ਨੂੰ ਪਤਾ ਹੈਗਾ, ਇਹ ਤਾਂ ਬਹੁਤ ਸੌਖਾ ਜਿਹਾ ਕੁਐਸਚਨ ਸੀਗਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਇਹ ਵੀ ਮੈਂ ਕਰਾਇਆ ਹੋਇਆ ਆਪਣੇ ਮੈਰਾਥਨ ਦੇ ਵਿੱਚ। ਮੂਲ ਸ਼ਬਦ ਨੂੰ ਅਗੇਤਰ ਜਾਂ ਪਿਛੇਤਰ ਲੱਗ ਕੇ ਬਣਨ ਵਾਲੇ ਸ਼ਬਦ ਕੀ ਹੁੰਦੇ ਆ? ਹੁਣ ਦੇਖੋ ਮੂਲ ਸ਼ਬਦ ਕੀ ਹੁੰਦਾ ਹੈ। ਮੂਲ ਸ਼ਬਦ ਜਿਵੇਂ ਮੈਂ ਕਹਿ ਦੇਵਾਂ ਪੁੱਤਰ, ਠੀਕ ਹੈ ਜੀ, ਤਾਂ ਇਹਦੇ ਅਗਰ ਮੈਂ ਕੱਕਾ ਲਾ ਦੂੰਗਾ ਤਾਂ ਕਪੁੱਤਰ ਬਣ ਜੂਗਾ, ਸੱਸਾ ਲਾਉਂਗਾ ਸਪੁੱਤਰ ਬਣ ਜੂਗਾ। ਤਾਂ ਇਹ ਕਿਹੜੇ ਸ਼ਬਦ ਹੁੰਦੇ ਰਾਜੇ? ਉਤਪੰਨ ਸ਼ਬਦ ਹੁੰਦੇ ਆ। ਇੱਕ ਹੁੰਦੇ ਆ ਸਮਾਸੀ, ਸਮਾਸੀ ਜਿਵੇਂ ਆਪਾਂ ਕਹਿ ਦਈਏ ਵਿਰੋਧੀ ਸਮਾਸੀ ਲਿਖਣਾ ਹੋਵੇ ਦਿਨ ਰਾਤ। ਠੀਕ ਹੈ ਜੀ, ਤੇ ਜਿਵੇਂ ਇਹ ਸਮਾਸੀ ਸ਼ਬਦ ਦੇ ਵਿੱਚ ਹਾਈਫਨ ਆਉਂਦਾ ਹੁੰਦਾ ਇਸ ਤਰ੍ਹਾਂ। ਪਰ ਉਤਪੰਨ ਸ਼ਬਦ ਕਿਹੜੇ ਹੋ ਗਏ? ਜਿਹੜੇ ਮੂਲ ਸ਼ਬਦ ਦੇ ਅੱਗੇ ਪਿੱਛੇ ਆਪਾਂ ਅਗੇਤਰ ਪਿਛੇਤਰ ਲਗਾ ਦਿੰਦੇ ਆ। ਉਤਪੰਨ ਦਾ ਮਤਲਬ ਕੀ ਹੈ? ਉਤਪਤੀ ਹੋ ਗਈ, ਨਵੇਂ ਸ਼ਬਦ ਦੀ ਉਤਪਤੀ ਹੋ ਗਈ। ਆਪਣੇ ਕੋਲੇ ਮੂਲ ਸ਼ਬਦ ਸੀਗਾ, ਮੰਨ ਲਓ ਇਹਦੇ ਅੱਗੇ ਮੈਂ ਕੱਕਾ ਲਾਤਾ ਤਾਂ ਕੀ ਬਣ ਗਿਆ? ਮੇਰੇ ਕੋਲ ਇੱਕ ਨਵਾਂ ਸ਼ਬਦ ਬਣ ਗਿਆ। ਕੀ ਬਣ ਗਿਆ? ਕਪੁੱਤਰ ਬਣ ਗਿਆ। ਤਾਂ ਉਤਪਤੀ ਹੋ ਰਹੀ ਹੈ ਤਾਂ ਉਹਨੂੰ ਕੀ ਕਵਾਂਗੇ ਜੀ? ਉਤਪੰਨ ਸ਼ਬਦ ਕਵਾਂਗੇ ਆਪਾਂ। ਅੱਗੇ ਆ ਗਿਆ ਜੀ ਲਘੂ ਤੇ ਸਵਰ ਧੁਨੀਆਂ ਮੈਂ ਕਰਵਾਈਆਂ ਹੋਈਆਂ ਰਾਜੇ। ਲਘੂ ਧੁਨੀਆਂ ਕਿਹੜੀਆਂ ਹੁੰਦੀਆਂ? ਜਿਨ੍ਹਾਂ ਨੂੰ ਉਚਾਰਨ ਸਮੇਂ ਘੱਟ ਸਮਾਂ ਲੱਗਦਾ ਹੈ। ਠੀਕ ਹੈ ਜੀ, ਘੱਟ ਸਮਾਂ ਲੱਗਦਾ ਹੈ ਜਿਨ੍ਹਾਂ ਨੂੰ ਉਚਾਰਨ ਸਮੇਂ ਉਹਨੂੰ ਕੀ ਕਹਿ ਦਿੰਦੇ ਆ ਜੀ? ਲਘੂ ਕਹਿ ਦਿੰਦੇ ਆ। ਹੁਣ ਲਘੂ ਕਿਹੜੀਆਂ ਹੁੰਦੀਆਂ ਨੇ ਰਾਜੇ? ਤਿੰਨ ਹੀ ਹੁੰਦੀਆਂ ਨੇ ਆਪਣੇ ਕੋਲੇ ਲਘੂ। ਕਿਹੜੀਆਂ ਕਿਹੜੀਆਂ? ਆੜਾ, ਈੜੀ ਨੂੰ ਸਿਹਾਰੀ ਤੇ ਊੜੇ ਨੂੰ ਔਂਕੜ। ਹੁਣ ਇੱਕ ਹੁੰਦੀਆਂ ਨੇ ਦੀਰਘ। ਠੀਕ ਹੈ ਜੀ, ਹੁਣ ਦੀਰਘ ਨੋਟ ਕਰ ਲਿਓ, ਜਿਹਨੂੰ ਉਚਾਰਨ ਵੇਲੇ ਜ਼ਿਆਦਾ ਸਮਾਂ ਲੱਗਦਾ। ਇਹਦੇ ਵਿੱਚ ਆ ਜਾਂਦੀਆਂ ਨੇ ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ ਹੋ ਗਿਆ। ਠੀਕ ਹੈ ਜੀ, ਆੜੇ ਨੂੰ ਕੰਨਾ ਹੋ ਗਿਆ, ਤੇ ਇਹਦੇ ਵਿੱਚ ਊੜੇ ਨੂੰ ਦਲੈਂਕੜ ਹੋ ਗਿਆ, ਤੇ ਊੜੇ ਦਾ ਮੂੰਹ ਜਿਹੜਾ ਓਪਨ ਹੁੰਦਾ ਹੈ, ਤੇ ਆੜੇ ਨੂੰ ਹੌੜਾ ਹੋ ਗਿਆ। ਠੀਕ ਹੈ ਜੀ, ਕਨੌੜਾ ਹੋ ਗਿਆ, ਸੌਰੀ। ਠੀਕ ਹੈ, ਇਹ ਸਾਰੇ ਦੀਰਘ ਹੁੰਦੇ ਆ, ਇਹ ਯਾਦ ਰੱਖਣੇ ਆ। ਅਗਲਾ ਆ ਗਿਆ ਜੀ ਆਪਣੀ ਗੁਰਮੁਖੀ ਲਿਪੀ, ਆਪਾਂ ਸਾਰੀ ਕੀਤੀ ਹੋਈ ਹੈ। ਇਹਦੇ ਵਿੱਚ ਦੇਖੋ ਤਾਂ ਇਹ ਪਹਿਲਾ ਜਿਹੜਾ ਸ਼ਬਦ ਹੈਗਾ ਰਾਜੇ, ਇਹ ਹੈਗਾ ਜੀ 8, ਇਹ ਹੈਗਾ 7 ਤੇ ਇਹ ਹੈਗਾ 9, ਇਹ ਹੈਗਾ ਜੀ 4 ਤੇ ਇਹ ਸੌਰੀ ਇਹ ਹੈਗਾ 5 ਤੇ ਇਹ ਹੈਗਾ ਜੀ 4।
ਹੁਣ ਇਹਦਾ ਜੋੜਨਾ ਹੈ ਰਾਜੇ, ਆ ਬੱਚੇ ਨੇ ਸਹੀ ਜੋੜਿਆ ਹੋਇਆ, 879 ਦੇ 54 ਜੋੜ ਦੋਗੇ ਤਾਂ 933 ਬਣ ਜੂਗਾ। ਬਿਲਕੁਲ ਠੀਕ ਬੱਚੇ ਨੇ ਜੋੜਿਆ ਰਾਜੇ। ਇਹ ਸਾਰੀ ਮੈਂ ਗੁਰਮੁਖੀ ਲਿਪੀ ਕਰਵਾਈ ਹੋਈ ਹੈ। 8 ਤੇ 9 ਚ ਪਰ ਭੁਲੇਖਾ ਪੈਂਦਾ ਹੁੰਦਾ ਬੱਚਿਆਂ ਨੂੰ। ਆਹ ਰਾਜੇ 8 ਹੁੰਦਾ ਤੇ ਆਹ ਰਾਜੇ 9 ਹੁੰਦਾ, ਜਿਹਦੇ ਵਿੱਚ ਐ ਹੁੰਦਾ, ਠੀਕ ਹੈ ਜੀ। ਆਹ 6 ਹੁੰਦਾ, ਠੀਕ ਹੈ ਜੀ। ਇਸ ਤਰ੍ਹਾਂ ਯਾਦ ਰੱਖ ਲੈਣਾ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਕਿਸ ਉਪਭਾਸ਼ਾ ਦੇ ਵਿੱਚ ਪੁਰਾਤਨ ਵੈਦਿਕ ਭਾਸ਼ਾ ਦੇ ਸ਼ਬਦ ਮਿਲਦੇ ਆ। ਮਲਵਈ ਚ ਮਿਲਦੇ ਰਾਜੇ, ਜਿਵੇਂ ਆਪਾਂ ਕਹਿੰਦੇ ਨਾ ਬਾਰ, ਬਾਰ ਸ਼ਬਦ ਕੀ ਹੈ, ਇੱਕ ਪੁਰਾਣਾ ਸ਼ਬਦ ਹੈ। ਉਹ ਮਾਲਵੇ ਵਿੱਚ ਅੱਜ ਵੀ ਬਾਰ ਹੀ ਕਹਿੰਦੇ, ਦਰਵਾਜ਼ਾ ਨਹੀਂ ਕਹਿੰਦੇ। ਤਾਂ ਮਲਵਈ ਦੇ ਵਿੱਚ ਮਿਲਦੇ ਆ ਰਾਜੇ ਜਿਹੜੇ ਪੁਰਾਣੇ ਸ਼ਬਦ ਹੁੰਦੇ ਆ। ਅੱਗੇ ਗੱਲ ਕਰਦੇ ਆ ਜੀ, ਪੰਜਾਬੀ ਵਾਕ ਦੀ ਤਰਤੀਬ ਕੀ ਹੈ। ਪੰਜਾਬੀ ਵਾਕ ਦੀ ਤਰਤੀਬ ਕੀ ਹੈ, ਜਿਵੇਂ ਮੈਂ ਕਹਿ ਦਵਾਂ ਮੈਂ ਪੜ੍ਹਾ ਰਿਹਾ ਹਾਂ। ਹੁਣ ਦੇਖੋ, ਸਭ ਤੋਂ ਪਹਿਲਾਂ ਕੀ ਆਊਗਾ, ਕਰਤਾ ਆਊਗਾ, ਫਿਰ ਕਰਮ ਕਰ ਰਿਹਾ, ਮੈਂ ਕੀ ਕਰ ਰਿਹਾ, ਪੜ੍ਹਾ, ਫਿਰ ਕਿਰਿਆ ਆਊਗੀ, ਕਰਤਾ ਕਰਮ ਤੇ ਕਿਰਿਆ, ਠੀਕ ਹੈ ਜੀ। ਤਾਂ ਪੰਜਾਬੀ ਸ਼ਬਦ ਦੇ ਵਿੱਚ ਪਹਿਲਾਂ ਕੀ ਆਉਂਦਾ ਰਾਜੇ, ਕਰਤਾ ਆਉਂਦਾ, ਫਿਰ ਕਰਮ ਆਉਂਦਾ, ਫਿਰ ਕਿਰਿਆ ਆਉਂਦੀ ਹੈ। ਤੇ ਮੈਂ ਇਹ ਵੀ ਕਰਵਾਇਆ ਹੋਇਆ, ਤੁਹਾਨੂੰ ਪੜ੍ਹਿਆ ਵੀ ਹੋਊਗਾ ਸਾਰਿਆਂ ਨੇ, ਤਾਂ ਬਹੁਤ ਸੌਖਾ ਹੈਗਾ। ਅਗਲਾ ਵੀ ਬਹੁਤ ਵਧੀਆ ਕੁਐਸਚਨ ਹੈਗਾ, ਕਹਿੰਦਾ ਜੀ ਬਹਾਦਰ ਦਾ ਸਮਾਨਾਰਥੀ। ਹੁਣ ਇੱਥੇ ਬੱਚਿਆਂ ਨੂੰ ਬਹੁਤ ਭੁਲੇਖਾ ਪਊਗਾ, ਕਿਉਂਕਿ ਇਹ ਸ਼ਬਦ ਤੁਸੀਂ ਪਹਿਲੀ ਵਾਰੀ ਸੁਣੇ ਹੋਣਗੇ। ਹੁਣ ਬਹਾਦਰ ਦਾ ਇੱਥੇ ਸਮਾਨਾਰਥੀ ਦੀ ਗੱਲ ਕਰਾਂਗੇ ਤਾਂ ਵਰਿਆਮ ਆਊਗਾ, ਠੀਕ ਹੈ ਜੀ। ਆਪਾਂ ਗੁਰੂ ਸਾਹਿਬ ਜੀ ਵਾਸਤੇ ਵਰਤਦੇ ਆ ਨਾ, ਜਦੋਂ ਆਪਾਂ ਕਹਿ ਦਿੰਦੇ ਆ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ, ਹਨਾ, ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਠੀਕ ਹੈ। ਆਪਾਂ ਪੂਰਾ ਸ਼ਬਦ ਅਗਰ ਬੋਲਾਂਗੇ ਤਾਂ ਵਰਿਆਮ ਦਾ ਮਤਲਬ ਕੀ ਹੁੰਦਾ, ਬਹਾਦਰ, ਬਹੁਤ ਜ਼ਿਆਦਾ ਬਹਾਦਰ ਜਿਹੜੇ ਹੁੰਦੇ ਨੇ ਨਾ, ਸੂਰਮੇ ਹੁੰਦੇ ਆ, ਉਹਨਾਂ ਨੂੰ ਕਹਿ ਦਿੰਦੇ ਆ। ਹੁਣ ਇੱਥੇ ਅਗਰ ਆਪਾਂ ਗੱਲ ਕਰੀਏ ਅੱਖਰ ਦੀ ਗੱਲ ਕਰਦੇ ਆ, ਅੱਖਰ ਦਾ ਮਤਲਬ ਕੀ ਹੁੰਦਾ ਰਾਜੇ, ਜਿਹੜਾ ਬੰਦਾ ਬਹੁਤ ਅੜੀਅਲ ਹੁੰਦਾ, ਠੀਕ ਹੈ ਜੀ। ਅੜੀਅਲ ਸੁਭਾਅ ਦਾ ਹੁੰਦਾ, ਜਿਹੜਾ ਕਿਸੇ ਦੀ ਗੱਲ ਨਹੀਂ ਮੰਨਦਾ, ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਬੜਾ ਅੜਬ ਆ ਯਾਰ, ਠੀਕ ਹੈ ਜੀ। ਬੱਬੂ ਮਾਨ ਦਾ ਗਾਣਾ ਨਹੀਂ ਅਸੀਂ ਅੜਬ ਪੰਜਾਬੀ, ਥੱਪੜ ਮਾਰ ਕੇ ਅਸਲਾ ਖੋਹ ਲੈਂਦਾ। ਅੜਬ ਸ਼ਬਦ ਹੋ ਗਿਆ, ਅਮੋੜ ਹੋ ਗਿਆ, ਇਹ ਸਾਰੇ ਕੀ ਆ, ਅੱਖਰ ਸ਼ਬਦ ਦੇ ਸਮਾਨਾਰਥੀ ਹੈ। ਨਰੋਗ ਆਪਾਂ ਨੂੰ ਪਤਾ ਹੀ ਆ ਰਾਜੇ, ਸੁਡੋਲ ਹੁੰਦਾ। ਸੁਡੋਲ ਤਾਂ ਬਹਾਦਰ ਨਹੀਂ ਕਹਿ ਸਕਦੇ, ਸੁਡੋਲ ਦਾ ਮਤਲਬ ਹੁੰਦਾ ਜਿਹੜਾ ਬਹੁਤ ਸਿਹਤਮੰਦ ਹੁੰਦਾ, ਠੀਕ ਹੈ, ਜਿਹਦਾ ਜੁੱਸਾ ਬੜਾ ਭਾਰੀ ਹੁੰਦਾ, ਬੜਾ ਲੰਮਾ ਚੌੜਾ ਉੱਚੇ ਸਰੀਰ ਦਾ ਮਾਲਕ ਹੁੰਦਾ, ਉਹਨੂੰ ਸੁਡੋਲ ਕਹਿ ਦਿੰਦੇ ਆ। ਚਲੋ ਜੀ ਨੈਕਸਟ ਚੱਲਦੇ ਹਾਂ ਜੀ ਆਪਾਂ। ਨੈਕਸਟ ਆ ਗਿਆ ਜੀ ਆਪਣਾ, ਆ ਵੀ ਕੁਐਸਚਨ ਬਹੁਤ ਵਧੀਆ, ਸ਼ਾਇਦ ਤੁਸੀਂ ਪਹਿਲੀ ਵਾਰੀ ਸੁਣਿਆ ਹੋਊਗਾ, ਪੰਜਾਬੀ ਸਾਹਿਤ ਦਾ ਮੁੱਢ ਕਿਸ ਤੋਂ ਵੱਜਦਾ ਹੈ। ਹੁਣ ਇੱਥੇ ਬੱਚੇ ਸ਼ੇਖ ਫਰੀਦ ਜੀ ਲਾ ਕੇ ਆਉਣਗੇ ਰਾਜੇ, ਗਲਤ ਹੈ। ਇੱਥੇ ਪੰਜਾਬੀ ਸਾਹਿਤ ਦਾ ਮੁੱਢ ਦੀ ਗੱਲ ਕੀਤੀ ਹੈ। ਜੇ ਇੱਥੇ ਸੂਫੀ ਜਾਂ ਕਹਿ ਦਿੰਦੇ ਜਾਂ ਪੰਜਾਬੀ ਕਾਵ ਦੀ ਗੱਲ ਕਰਦੇ, ਫਿਰ ਸ਼ੇਖ ਫਰੀਦ ਜੀ ਹੋਣਾ ਸੀ। ਪਰ ਪੰਜਾਬੀ ਸਾਹਿਤ ਜਿਹੜਾ ਸ਼ੁਰੂ ਹੋਇਆ ਰਾਜੇ, ਨਾਥ ਜੋਗੀਆਂ ਤੋਂ ਹੋਇਆ। ਹੁਣ ਨਾਥ ਜੋਗੀਆਂ ਤੋਂ ਕਿਉਂ ਹੋਇਆ ਰਾਜੇ, ਤੁਹਾਨੂੰ ਮੈਂ ਦੱਸ ਦਿੰਦਾ। ਜਿਹੜੇ ਨਾਥ ਜੋਗੀ ਹੋਏ ਆ ਨਾ, ਆਪਣੇ ਪੰਜਾਬ ਦੇ ਵਿੱਚ 5 ਵੇਦ ਰਚੇ ਗਏ ਆ, ਠੀਕ ਹੈ। 5 ਵੇਦ ਤੁਹਾਨੂੰ ਸਭ ਨੂੰ ਪਤਾ ਹੋਊਗਾ। ਜਿਹੜਾ ਅਥਰਵ ਵੇਦ ਹੈ ਨਾ, ਅਥਰਵ ਵੇਦ ਦੇ ਸਮੇਂ ਕੀ ਹੋਇਆ ਸੀਗਾ, ਜਿਹੜੇ ਨਾਥ ਜੋਗੀ ਹੋਏ ਸੀਗੇ, ਜਿਵੇਂ ਤੁਸੀਂ ਸ਼ਾਇਦ ਪੜ੍ਹਿਆ ਹੋਊਗਾ, ਕਿਸੇ ਨੇ ਗੋਰਖਨਾਥ ਜੀ ਨੂੰ ਪੜ੍ਹਿਆ ਹੋਊਗਾ, ਗੋਰਖਨਾਥ ਜੀ ਦਾ ਨਾਮ ਸੁਣਿਆ ਹੋਊਗਾ, ਕਿਸੇ ਨੇ ਮਛੰਦਰ ਨਾਥ ਜੀ ਦਾ ਨਾਮ ਵੀ ਸੁਣਿਆ ਹੋਊਗਾ, ਮਛੰਦਰ ਨਾਥ। ਜਲੰਧਰ ਨਾਥ ਵੀ ਸੀਗੇ, ਠੀਕ ਹੈ ਜੀ, ਜਲੰਧਰ ਨਾਥ ਵੀ ਹੋਏ ਹੈ। ਇਸ ਤੋਂ ਇਲਾਵਾ ਮੈਂ ਗੋਪੀਨਾਥ ਜੀ ਵੀ ਹੋਏ ਹੈ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਚਰਪਟ ਨਾਥ ਜੀ ਵੀ ਹੋਏ ਆ। ਇਹ ਸਾਰੇ ਜਿਹੜੇ ਨਾਥ ਸੀਗੇ ਰਾਜੇ, ਇਹਨਾਂ ਨੂੰ ਪੰਜਾਬੀ ਸਾਹਿਤ ਦਾ ਮੁੱਢ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਫਿਰ ਆਇਆ ਸੀ ਆਪਣੇ ਕੋਲੇ ਸੂਫੀ ਕਾਵ, ਠੀਕ ਹੈ ਜੀ। ਇਸ ਤੋਂ ਬਾਅਦ ਸੂਫੀ ਸਾਹਿਤ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹਦੇ ਵਿੱਚ ਬਾਬਾ ਫਰੀਦ ਜੀ ਦੀ ਰਚਨਾ ਆਉਂਦੀ ਹੈ। ਤਾਂ ਬਾਬਾ ਫਰੀਦ ਜੀ ਸੂਫੀ ਸਾਹਿਤ ਤੋਂ ਸ਼ੁਰੂਆਤ ਹੋਈ ਸੀਗੀ, ਠੀਕ ਹੈ, 12ਵੀਂ ਸਦੀ ਦੇ ਵਿੱਚ। ਪਰ ਉਸ ਤੋਂ ਪਹਿਲਾਂ ਕੀ ਸੀਗੇ, ਆਪਣੇ ਕੋਲੇ ਨਾਥ ਸੀਗੇ। ਤਾਂ ਇੱਥੇ ਕਰਕੇ ਇਹਦਾ ਰਾਈਟ ਆਨਸਰ ਕੀ ਬਣੂਗਾ, ਏ ਬਣੂਗਾ। ਅੱਗੇ ਚੱਲ, ਹਾਂਜੀ, ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਰਾਜੇ। ਨੈਕਸਟ ਕੁਐਸਚਨ ਆ ਗਿਆ ਜੀ, ਓੜਕ ਦਾ ਵਿਰੋਧੀ ਸ਼ਬਦ ਨਹੀਂ ਹੈਗਾ। ਧਿਆਨ ਨਾਲ, ਜਿਵੇਂ ਆਪਾਂ ਜਪਜੀ ਸਾਹਿਬ ਜੀ ਪੜ੍ਹਦੇ ਹਾਂ ਨਾ, ਓੜਕ ਓੜਕ ਪਾਲ ਥੱਕੇ ਵੇਦ ਕਹਿਣੇ ਇੱਕ ਬਾਤ, ਹਨਾ। ਆਪਾਂ ਪੜ੍ਹਦੇ ਹਾਂ ਨਾ ਵੀ ਓੜਕ ਦਾ ਮਤਲਬ ਕੀ ਹੁੰਦਾ, ਜਿਹਦਾ ਕੋਈ ਅੰਤ ਹੀ ਨਹੀਂ ਹੁੰਦਾਗਾ, ਹਨਾ। ਉਹ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਹਜੇ ਹੋਰ ਚੀਜ਼ਾਂ ਪਈਆਂ ਨੇ ਪੜ੍ਹਨ ਵਾਲੀ, ਜਿਵੇਂ ਆਪਾਂ ਕਹਿੰਦੇ ਨੇ ਜੀਕੇ ਦਾ ਕੋਈ ਅੰਤ ਨਹੀਂ ਹੈਗਾ, ਠੀਕ ਹੈ। ਓੜਕ ਦਾ ਮਤਲਬ ਕੀ ਹੁੰਦਾ ਰਾਜੇ, ਓੜਕ ਦਾ ਮਤਲਬ ਹੁੰਦਾ ਜਿਹਦੇ ਵਿੱਚ ਆਪਾਂ ਕਹਿੰਦੇ ਨੇ, ਜਿਹਨੂੰ ਆਦ ਕਹਿ ਦਿੰਦੇ ਆਪਾਂ, ਵੀ ਆਦੀ ਹੋਰ ਹਜੇ ਹੋਰ ਚੀਜ਼ਾਂ ਪਈਆਂ ਨੇ। ਪਰ ਜੇ ਆਪਾਂ ਕਹੀਏ ਛੇਕੜਲਾ ਮਗਰਲਾ ਅੰਤ, ਉਹ ਕੀ ਹੋ ਗਏ ਜੀ ਇਹਦੇ, ਠੀਕ ਹੈ ਜੀ, ਵਿਰੋਧੀ ਸ਼ਬਦ ਹੋ ਗਏ। ਪਰ ਜਿਹੜਾ ਆਦ ਹੈਗਾ ਇਹਦਾ ਕੀ ਹੈ, ਸਮਾਨਾਰਥੀ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਕਿਸ ਵਾਰ ਦਾ ਮੂਲ ਮਾਰਕੰਡੇ ਪੁਰਾਣ ਨਾਲ ਮਤਲਬ ਕਿ ਉਹਦਾ ਸੰਬੰਧ ਪੈਦਾ ਹੁੰਦਾ ਹੈ। ਚੰਡੀ ਦੀ ਵਾਰ ਹੈ ਰਾਜੇ। ਚੰਡੀ ਦੀ ਵਾਰ, ਜਿਹਨੂੰ ਆਪਾਂ ਭਗੌਤੀ ਦੀ ਵਾਰ ਵੀ ਕਹਿ ਦਿੰਦੇ ਆ, ਦੁਰਗਾ ਕੀ ਵਾਰ ਵੀ ਕਹਿ ਦਿੰਦੇ ਆ, ਠੀਕ ਹੈ। ਮਾਰਕੰਡੇ ਪੁਰਾਣ, ਆਪਣੇ 18 ਪੁਰਾਣ ਹੋਏ ਆ, ਉਹਨਾਂ ਪੁਰਾਣਾਂ ਦੇ ਵਿੱਚੋਂ ਇੱਕ ਪੁਰਾਣ ਹੈਗਾ ਮਾਰਕੰਡੇ ਦਾ ਪੁਰਾਣ। ਉਹਨੂੰ ਆਧਾਰ ਬਣਾ ਕੇ ਮਹਾਰਾਜ ਨੇ ਇਹ ਰਚਨਾ ਕੀਤੀ ਹੈ, ਇਸ ਕਾਵ ਦੀ, ਚੰਡੀ ਦੀ ਵਾਰ ਦੀ। ਤਾਂ ਮਾਰਕੰਡੇ ਦਾ ਪੁਰਾਣ ਦਾ ਆਧਾਰ ਕੀ ਹੈ, ਚੰਡੀ ਦੀ ਵਾਰ ਹੈ। ਅੱਗੇ ਸਹੀ ਵਿਕਲਪ ਚੁਣਨਾ ਆਪਾਂ, ਵੀ ਸਹੀ ਕਿਹੜਾ ਸ਼ਬਦ ਲਿਖਿਆ ਗਿਆ। ਤਾਂ ਆ ਦੇਖੋ ਜੀ, ਹੈ ਉਹ MBBS ਡਾਕਟਰ ਹੈ ਉਹ MBBS ਡਾਕਟਰ ਹੈ, ਠੀਕ ਹੈ ਜੀ। ਆ ਸਾਰਾ ਕੁਝ ਦੇਖ ਲਓ ਤੁਸੀਂ ਇਹਦੇ ਵਿੱਚ। ਅਗਰ ਆਪਾਂ ਇਹਦੇ ਵਿੱਚ ਦੇਖੀਏ ਤਾਂ ਇੱਥੇ ਕੀ ਕੀ ਗਲਤੀ ਆਉਂਦੀ ਹੈ, ਅਗਰ ਆਪਾਂ ਧਿਆਨ ਨਾਲ ਦੇਖੀਏ, ਇਹਦੇ ਵਿੱਚ ਹੈ, ਇਸ ਤੋਂ ਬਾਅਦ ਆ ਗਿਆ ਜੀ ਆਪਣਾ OMBBS। ਆ ਤਾਂ ਕੀ ਚੱਕਰ ਪੈ ਗਿਆ, ਤਾਂ ਦੋਨੇ ਸਹੀ ਬਣ ਰਹੇ ਆ, ਇਹਨਾਂ ਦੋਵਾਂ 'ਚ ਤਾਂ ਕੋਈ ਫਰਕ ਹੀ ਨਹੀਂ ਪਤਾ ਲੱਗ ਰਿਹਾ। ਇਹ ਤਾਂ ਆ ਗਲਤ ਹੋ ਗਏ ਹੈ, ਆ ਵੀ ਗਲਤ ਹੈ, ਕਿਉਂਕਿ ਇਹਦੇ ਵਿੱਚ ਬਿੰਦੀ ਨਹੀਂ ਪਾਈ। ਇਹਨਾਂ ਦੋਵਾਂ 'ਚ ਕੀ ਫਰਕ ਹੈ, ਅੱਛਾ ਅੱਛਾ, ਠੀਕ ਹੈ।
ਆ ਪਿੱਛੇ ਭਾਈ ਧਿਆਨ ਨਾਲ ਆ ਪਿੱਛੇ ਆ ਪਾਇਆ ਹੋਇਆ ਹੈ ਤਾਂ ਪਹਿਲਾ ਵੀ ਗਲਤ ਹੋ ਗਿਆ ਤਾਂ ਬੀ ਆਂਸਰ ਆਊਗਾ। ਥੋੜਾ ਜਿਹਾ ਕਲੈਰਿਟੀ ਨਹੀਂ ਹੋ ਰਹੀ, ਮੈਂ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਿੰਦਾ ਜੇ ਕਿਸੇ ਨੂੰ ਐਂ ਲੱਗਦਾ ਵੀ ਆ ਦੇਖੋ, ਇਹ ਆ ਦੇਖੋ ਧਿਆਨ ਨਾਲ ਪਿੱਛੇ ਕੀ ਪਾਇਆ ਹੋਇਆ ਬੇਟੇ, ਪਿੱਛੇ ਇਹਦੇ ਨਾ ਉਹ ਵਿਸਮਿਕ ਚਿੰਨ੍ਹ ਪਾਇਆ ਹੋਇਆ ਤਾਂ ਪੇਪਰ 'ਚ ਧਿਆਨ ਨਾਲ ਦੇਖਣਾ ਤੁਸੀਂ, ਠੀਕ ਹੈ, ਮੇਰੇ ਵਾਂਗੂ ਗਲਤੀ ਨਹੀਂ ਕਰਨੀਗੀ। ਚਲੋ ਜੀ ਅੱਗੇ ਚੱਲਦੇ ਹਾਂ, ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਅਗਲਾ ਕੁਐਸਚਨ ਕੀ ਆ ਗਿਆ, ਅਗਲਾ ਕੁਐਸਚਨ ਤੁਹਾਨੂੰ ਆਉਂਦਾ ਹੀ ਹੋਊਗਾ। ਨੈਕਸਟ ਹੈਗਾ ਜੀ, ਕਹਿੰਦਾ ਜਿਹੜੇ ਸ਼ਬਦ ਦੋ ਵਾਕਾਂਸ਼ਾਂ ਜਾਂ ਉਪਵਾਕਾਂ ਨੂੰ ਆਪਸ ਵਿੱਚ ਜੋੜਦੇ ਆ, ਜੋੜਨ ਦਾ ਕੰਮ ਕੌਣ ਕਰਦਾ ਰਾਜੇ, ਤੁਹਾਨੂੰ ਪਤਾ ਹੀ ਹੈ ਯੋਜਕ ਕਰਦਾ ਹੈ। ਅਗਲੀ ਜਿਹੜੀ ਕਹਾਵਤ ਹੈਗੀ, ਹਾਂਜੀ ਨੈਕਸਟ ਆ ਗਿਆ ਜੀ ਆਪਣਾ 29 ਨੰਬਰ, ਕਹਿੰਦਾ ਕੁੜਮ ਡੈਸ਼ ਚੰਗਾ ਗਵਾਂਢ ਵਿਗੁੱਤਾ ਮੰਦਾ। ਵਿਗੁੱਤਾ ਹੁੰਦਾ ਰਾਜੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮਾੜਾ, ਠੀਕ ਹੈ, ਮਾੜੇ ਸ਼ਬਦ ਨੂੰ ਕਹਿ ਲਓ ਜਾਂ ਜਿਹੜਾ ਘੁੰਮੜ ਭੂਸੇ 'ਚ ਪਿਆ ਰਹਿੰਦਾ ਉਹਨੂੰ ਵਿਗੁੱਤਾ ਕਹਿ ਦਿੰਦੇ ਆ। ਕਹਿੰਦੇ ਜੀ ਕੁੜਮ ਕਹਿੰਦੇ ਜੀ ਡੈਸ਼ ਚੰਗਾ ਗਵਾਂਢ ਵਿਗੁੱਤਾ ਮੰਦਾ। ਹੁਣ ਇਹ ਜਿਹੜੀ ਕਹਾਵਤ ਹੈਗੀ, ਇਹ ਕਹਾਵਤ ਨੂੰ ਆਪਾਂ ਪੂਰਾ ਕਰਦੇ ਆ। ਇਹ ਕਹਾਵਤ ਦੇ ਵਿੱਚ ਕੀ ਆਊਗਾ ਜੀ, ਇਹਦੇ ਵਿੱਚ ਵੀ ਆਏ ਆਊਗਾ ਕੁੜਮ ਵਿਗੁੱਤਾ ਚੰਗਾ ਗਵਾਂਢ ਵਿਗੁੱਤਾ ਮੰਦਾ। ਹੁਣ ਤੁਸੀਂ ਕਹੋਗੇ ਸਰ ਜੀ ਕੁੜਮ ਵਿਗੁੱਤਾ ਚੰਗਾ ਕਿਵੇਂ? ਕੁੜਮ ਦਾ ਹੁਣ ਤੁਹਾਨੂੰ ਦੱਸਦਾ, ਇਹ ਕਹਾਵਤ ਉਦੋਂ ਵਰਤੀ ਜਾਂਦੀ, ਕਹਿੰਦਾ ਵੀ ਜੇ ਮੰਨ ਲਓ ਕਿਸੇ ਬੰਦੇ ਦੀ ਆਪਦੇ ਸਾਕ ਸੰਬੰਧੀਆਂ ਨਾਲ ਨਹੀਂ ਬਣਦੀ ਤਾਂ ਵੀ ਕੰਮ ਚੱਲ ਜਾਂਦਾ, ਕਿਉਂਕਿ ਸਾਕ ਸੰਬੰਧੀਆਂ ਨੇ ਕਿਤੇ ਸਾਲ ਛਮਾਹੀ ਕੇ ਟੱਕਰਨਾ ਹੁੰਦਾ ਜਾਂ ਕਿਸੇ ਵਿਆਹ ਸ਼ਾਦੀ ਫੰਕਸ਼ਨ ਤੇ। ਪਰ ਗਵਾਂਢ ਦੇ ਵਿੱਚ ਅਗਰ ਆਪਣਾ ਰੌਲਾ ਹੈਗਾ, ਆਪਣੀ ਰੋਜ਼ ਹੀ ਲੜਾਈ ਹੋਣੀ ਹੈ, ਤਾਂ ਉੱਥੇ ਕਹਾਵਤ ਵਰਤਦੇ ਆ, ਕਹਿੰਦੇ ਜੀ ਕੁੜਮ ਵਿਗੁੱਤਾ ਚੰਗਾ। ਕਹਿੰਦੇ ਜੇ ਕੁੜਮ ਜਾਂ ਯਾਨੀ ਕਿ ਰਿਸ਼ਤੇਦਾਰੀ ਮਾੜੀ ਵੀ ਹੈਗੀ ਤਾਂ ਵੀ ਕੋਈ ਚੱਕਰ ਨਹੀਂ ਹੈਗਾ, ਪਰ ਜੇ ਗਵਾਂਢ ਮਾੜਾ ਨਾ ਫਿਰ ਤਾਂ ਤੁਹਾਡੇ ਵਾਸਤੇ ਜ਼ਿੰਦਗੀ ਨਰਕ ਹੈ, ਠੀਕ ਹੈ ਜੀ, ਉਹਦੇ ਵਾਸਤੇ ਵਰਤਦੇ ਆ। ਅੱਗੇ ਕਹਿੰਦਾ ਜੀ ਸ਼ੁੱਧ ਵਾਕ ਚੁਣੋ, ਠੀਕ ਹੈ ਜੀ, ਇਹ ਵੀ ਸੌਖਾ ਹੀ ਹੈ। ਸਾਡਾ ਘਰ ਸ਼ਹਿਰ ਤੋਂ, ਠੀਕ ਹੈ ਜੀ, ਸਾਡਾ ਘਰ ਸ਼ਹਿਰ ਤੋਂ 10, ਠੀਕ ਹੈ ਜੀ, 10 ਕਿਲੋਮੀਟਰ ਦੂਰ ਹੈ, ਠੀਕ ਹੈ ਜੀ, ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ ਸਾਡਾ ਘਰ, ਸਾਡਾ ਘਰ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ। ਹੁਣ ਦੇਖੋ 10 ਦੇ ਸ਼ਬਦ ਦੇ ਉੱਪਰ ਨਾ ਉੱਤੇ ਅਧਿਕ ਨਹੀਂ ਪੈਂਦਾਗਾ ਤੇ ਇੱਥੇ ਸੀ ਆਂਸਰ ਆ ਜਾਊਗਾ। ਅੱਗੇ ਅਗਲਾ ਕੁਐਸਚਨ ਵੀ ਆਪਾਂ ਪੜਿਆ ਹੋਇਆ, ਜੇ ਧਿਆਨ ਨਾਲ ਜੇ ਕਲਾਸਾਂ ਲਾਈਆਂ ਹੋਣਗੀਆਂ ਕਿਸੇ ਨੇ ਮੇਰੀਆਂ, ਚਾਹੇ ਫ੍ਰੀ ਚ ਲਾਈਆਂ ਚਾਹੇ ਪੇਡ ਚ ਲਾਈਆਂ ਨੇ, ਇਹ ਆਪਾਂ ਕੀਤਾ ਹੋਇਆ। ਕਹਿੰਦਾ ਜੀ ਲਿਖਣ ਸਮੇਂ ਅਰਧ ਵਿਸਰਾਮ ਵਾਸਤੇ, ਅਰਧ ਵਿਸਰਾਮ ਵਾਸਤੇ ਆਪਾਂ ਰਾਜੇ, ਠੀਕ ਹੈ ਜੀ, ਕਾਦੀ ਵਰਤੋਂ ਕਰਦੇ ਆ, ਸੈਮੀ ਕੋਲਮ, ਠੀਕ ਹੈ ਜੀ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਪੰਜਾਬੀ ਪਹਿਰਾਵੇ ਦੇ ਵਿੱਚ ਸਲਵਾਰ ਕਮੀਜ਼ ਕਿੱਥੋਂ ਆਈ ਹੈ ਰਾਜੇ, ਤਾਂ ਇਹ ਇਸਲਾਮੀ ਯਾਨੀ ਪ੍ਰਭਾਵ ਦੇ ਹੇਠ ਆਈ ਹੈ। ਇਸਲਾਮੀ ਪ੍ਰਭਾਵ ਦੇ ਵਿੱਚ ਸਲਵਾਰ ਕਮੀਜ਼ ਪਾਉਂਦੇ ਹੁੰਦੇ ਸੀਗੇ, ਠੀਕ ਹੈ ਜੀ। ਅੱਗੇ ਗੱਲ ਕਰਦੇ ਆ ਜੀ ਨੈਕਸਟ, ਕਹਿੰਦੇ ਜੀ ਕਿਸ ਗੁਰੂ ਸਾਹਿਬਾਨ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੇਵਲ ਸ਼ਲੋਕ ਦਰਜ ਨੇ, ਤਾਂ ਆਪਾਂ ਬਹੁਤ ਵਾਰੀ ਪੜਿਆ ਵੀ ਗੁਰੂ ਅੰਗਦ ਦੇਵ ਜੀ ਦੇ ਰਾਗ ਨਹੀਂ ਹੈਗੇ, 62 ਜਾਂ 63 ਸ਼ਲੋਕ ਆਪਾਂ ਪੜ੍ਹਦੇ ਹਾਂ, ਹਨਾ, ਵੈਸੇ ਤਾਂ 63 ਬਿਲਕੁਲ ਠੀਕ ਹੈ, ਪਰ ਕਈ ਜਗ੍ਹਾ ਤੇ ਆਪਾਂ 62 ਵੀ ਪੜ੍ਹਦੇ ਹਾਂ, ਠੀਕ ਹੈ ਜੀ। 62 63 ਸ਼ਲੋਕ ਗੁਰੂ ਸਾਹਿਬ ਜੀ ਦੇ ਦਰਜ ਨੇ, ਪਰ ਸਿਰਫ ਓਨਲੀ ਸ਼ਲੋਕ ਨੇ, ਬਾਣੀ ਸ਼ਲੋਕਾਂ ਦੇ ਵਿੱਚ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਰਾਜੇ, ਨੈਕਸਟ ਕੁਐਸਚਨ ਦੀ ਗੱਲ ਕਰੀਏ, ਛਲ ਸ਼ਬਦ ਆਪਾਂ ਕਹਿੰਦੇ ਨੇ ਛਲ ਵੱਜੀ, ਤਾਂ ਛਲ ਪਹਿਲੀ ਗੱਲ ਤਾਂ ਇੱਕ ਕੀ ਹੈ ਜੀ, ਇਸਤਰੀ ਲਿੰਗ ਹੈ, ਤਾਂ ਆ ਇੱਕ ਵਚਨ ਪਲਿੰਗ ਤੇ ਬਹੁ ਵਚਨ ਪਲਿੰਗ ਕੱਟੇ ਗਏ। ਹੁਣ ਇਸਤਰੀ ਲਿੰਗ ਤਾਂ ਹੈਗੀ ਆ, ਪਰ ਇਹ ਇੱਕ ਵਚਨ ਹੀ ਹੈ, ਆਪਾਂ ਕਹਿੰਦੇ ਨੇ ਛਲ ਛੱਲਾਂ, ਠੀਕ ਹੈ ਜੀ, ਤਾਂ ਇਹ ਇੱਕ ਵਚਨ ਇਸਤਰੀ ਲਿੰਗ ਹੈ, ਠੀਕ ਹੈ। ਨੈਕਸਟ ਚੱਲਦੇ ਹਾਂ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਅੱਗੇ ਆ ਗਿਆ ਜੀ ਆਪਣਾ ਕੁਐਸਚਨ ਆ ਗਿਆ, ਕਾਲ ਡੈਸ਼ ਦੀ ਵਿਆਕਰਨਕ ਸ਼੍ਰੇਣੀ ਹੈ, ਤਾਂ ਤੁਹਾਨੂੰ ਪਤਾ ਹੈ ਵੀ ਕਿਰਿਆ ਦਾ ਆਪਾਂ ਨੂੰ ਪਤਾ ਕਿਵੇਂ ਚੱਲਦਾ, ਕਿਰਿਆ ਕਾਲ ਸਹਿਤ ਪਤਾ ਲੱਗਦੀ ਹੈ ਆਪਾਂ ਨੂੰ, ਠੀਕ ਹੈ। ਤੇ ਕਿਰਿਆ ਦਾ ਕੀ ਹੈ, ਵਿਆਕਰਨਿਕ ਸ਼੍ਰੇਣੀ ਆ ਕਿਰਿਆ ਦੀ, ਕੌਣ, ਕਾਲ। ਜਿਵੇਂ ਆਪਾਂ ਪੜ੍ਹਦੇ ਨਾ ਭੂਤਕਾਲ, ਠੀਕ ਹੈ, ਆਪਾਂ ਪੜ੍ਹਦੇ ਹਾਂ ਨਾ ਪਾਸਟ ਫਿਊਚਰ ਤੇ ਪ੍ਰੈਜ਼ੈਂਟ ਪੜ੍ਹਦੇ ਹਾਂ ਆਪਾਂ। ਅੱਗੇ ਗੱਲ ਕਰੀਏ ਜੀ, ਨੈਕਸਟ ਕੁਐਸਚਨ ਵੱਲ ਵਧਦੇ ਆ, ਕਿਸ ਸ਼੍ਰੇਣੀ ਵਿਚਲੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ। ਹੁਣ ਦੇਖੋ ਨਾਮ ਪੜ੍ਹਦੇ ਆਪਾਂ, ਆਮ ਨਾਮ, ਖਾਸ ਨਾਮ, ਜਿਹੜਾ ਨਿੱਜਵਾਚਕ ਨਾਮ ਹੁੰਦਾ ਰਾਜੇ ਉਹਨੂੰ ਖਾਸ ਨਾਮ ਵੀ ਕਹਿ ਦਿੰਦੇ ਆ। ਹੁਣ ਜਿਹੜੇ ਖਾਸ ਨਾਮ ਹੁੰਦੇ ਨਾ ਰਾਜੇ, ਉਹਨਾਂ ਦਾ ਬਹੁਵਚਨ ਨਹੀਂ ਬਣਦਾ। ਹੁਣ ਖਾਸ ਨਾਮ ਕੀ ਹੁੰਦਾ, ਜਿਵੇਂ ਆਪਾਂ ਕਹਿ ਦਈਏ ਪਟਿਆਲਾ, ਹੁਣ ਪਟਿਆਲੇ ਦਾ ਪਟਿਆਲੇ ਨਹੀਂ ਬਣੂਗਾ। ਗੁਰੂ ਗੋਬਿੰਦ ਸਿੰਘ ਜੀ, ਇਹ ਖਾਸ ਨਾਮ ਨੇ, ਗੁਰੂ ਗੋਬਿੰਦ ਸਿੰਘ ਜੀ, ਹੁਣ ਗੁਰੂ ਗੋਬਿੰਦ ਸਿੰਘ ਜੀ ਇੱਕ ਹੀ ਨੇ, ਬਹੁਵਚਨ ਨਹੀਂ ਬਣ ਸਕਦੇ, ਤਾਂ ਕੀ ਹੈ, ਨਿੱਜਵਾਚਕ ਨੂੰ ਆਪਾਂ ਕੀ ਕਹਿ ਦਿੰਦੇ ਆ, ਖਾਸ ਨਾਮ ਵੀ ਕਹਿ ਦਿੰਦੇ ਆ। ਅੱਗੇ ਕਹਿੰਦਾ ਜੀ ਕਿਹੜਾ ਜੁੱਟ ਸਹੀ ਹੈਗਾ। ਹੁਣ ਦੇਖੋ ਵੈਣ ਕਾਹਦੇ ਵਾਸਤੇ ਹੁੰਦੇ ਆ, ਇਹਦਾ ਆਂਸਰ ਇਹ ਆਊਗਾ, ਵੈਣ, ਵੈਣ ਪਾਉਂਦੀਆਂ ਨਾ ਜਨਾਨੀਆਂ ਜਦੋਂ ਕੋਈ ਮਰ ਜਾਂਦਾ ਤਾਂ ਵਰਲਾਪ ਵਾਸਤੇ ਹੁੰਦਾ, ਸਿੱਠਣੀ ਉਸਤਤੀ ਵਾਸਤੇ ਨਹੀਂ ਹੁੰਦੀ, ਸਿੱਠਣੀ ਮਜ਼ਾਕ ਵਾਲੀ ਹੁੰਦੀ ਹੈ। ਥਾਲ ਕੀ ਇੱਕ ਲੋਕ ਖੇਡ ਹੈ, ਬੋਲੀ ਟੱਪਾ ਨਹੀਂ ਹੁੰਦੀਗੀ, ਠੀਕ ਹੈ, ਟੱਪਾ ਬੋਲੀ ਤਾਂ ਇੱਕ ਰੂਪ ਹੀ ਹੋ ਗਏ ਕਾਵ ਦੇ, ਪਰ ਇਹ ਇੱਥੇ ਜਿਹੜਾ ਸਹੀ ਬਣੂਗਾ ਉਹ ਇਹਨੇ ਸਹੀ ਪੁੱਛਿਆ, ਤਾਂ ਸਹੀ ਕਿਹੜਾ ਬਣੂਗਾ ਰਾਜੇ, ਆਪਣਾ ਵੈਣ ਤੇ ਵਰਲਾਪ ਬਣੂਗਾ। ਕਹਿੰਦਾ ਜੀ ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਕਿਸ ਵਿੱਚ ਪੂਰੇ ਰੰਗ ਨਾਲ ਪ੍ਰਤੀਬਿੰਬਤ ਹੁੰਦੀ ਹੈ। ਮਤਲਬ ਮੰਨ ਲਓ ਕਿਸੇ ਜਾਤੀ ਦਾ ਤੁਸੀਂ ਉਹਦਾ ਮਤਲਬ ਕਿ ਉਹਦਾ ਵੇਖਣਾ ਪਹਿਰਾਵਾ ਕੀ ਹੈ, ਉਹਨਾਂ ਦਾ ਭਾਈਚਾਰਾ ਕੀ ਹੈ, ਉਹਨਾਂ ਦਾ ਕਲਚਰ ਕੀ ਹੈ, ਤਾਂ ਕਿੱਥੋਂ ਪਤਾ ਲੱਗੂਗਾ ਉਹਨਾਂ ਦਾ। ਹੁਣ ਕਈ ਕਹਿਣਗੇ ਰਸਮਾਂ ਰਿਵਾਜਾਂ ਤੋਂ ਪਤਾ ਲੱਗੂਗਾ, ਨਹੀਂ, ਰਸਮਾਂ ਰਿਵਾਜਾਂ ਤੋਂ ਚਲੋ ਪਤਾ ਲੱਗਦਾ ਹੀ ਲੱਗਦਾ, ਬਟ ਜਿਹੜਾ ਜ਼ਿਆਦਾ ਪਤਾ ਲੱਗਦਾ ਉਹ ਮੇਲੇ ਤਿਉਹਾਰਾਂ ਤੋਂ ਲੱਗਦਾ ਹੈ, ਤਾਂ ਬੀ ਆਂਸਰ ਆਊਗਾ, ਮੇਲੇ ਤੇ ਤਿਉਹਾਰ। ਕਿਉਂਕਿ ਮੇਲੇ ਤਿਉਹਾਰ ਜਿਹੜੇ ਹੁੰਦੇ ਨੇ ਇਹ ਆਪਣੇ ਰੀਤੀ ਰਿਵਾਜਾਂ ਤੇ ਆਪਣੇ ਜਿੰਨੇ ਵੀ ਲੋਕ ਨਾਚ ਹੋ ਗਏ ਜਾਂ ਆਪਣਾ ਸਾਰਾ ਕੁਝ ਹੀ ਇਹਨਾਂ ਮੇਲੇ ਤਿਉਹਾਰਾਂ ਵਿੱਚ ਆ ਜਾਂਦਾ ਹੈ, ਠੀਕ ਹੈ। ਦਾ ਆਂਸਰ ਕੀ ਬਣਨਾ ਰਾਜੇ, ਮੇਲੇ ਤਿਉਹਾਰ ਬਣਨਾ। ਅਗਲਾ ਕੁਐਸਚਨ ਥੋੜਾ ਜਿਹਾ ਠੀਕ ਕਰ ਲਿਓ ਰਾਜੇ, ਇਹ 39 ਨੰਬਰ ਵੈਸੇ ਤਾਂ ਕੰਟਰੋਵਰਸੀ ਦੇ ਵਿੱਚ ਹੈ, ਇੱਥੇ ਉਪਭਾਸ਼ਾ ਨਹੀਂ ਆਉਣਾ, ਭਾਸ਼ਾ ਆਉਣਾ। ਕਹਿੰਦਾ ਕਿਸੇ ਭਾਸ਼ਾ ਦੀਆਂ ਉਪਭਾਸ਼ਾਵਾਂ, ਜਿਵੇਂ ਹੁਣ ਪੰਜਾਬੀ ਦੀ ਉਪਭਾਸ਼ਾਵਾਂ ਕਿਹੜੀਆਂ ਕਿਹੜੀਆਂ ਹੈਗੀਆਂ, ਮਾਝੀ, ਮਲਵਈ, ਦੁਆਬੀ, ਪੁਆਧੀ, ਵਿਚਲੇ ਵਿਆਕਰਨਿਕ ਨਿਯਮ ਕਿਸ ਪੱਧਰ ਤੇ ਵਿਚਰਦੇ ਨੇ।
ठीक है। वैसे तो देखो उच्चारण के तौर पर विचरते होंगे है, पर ਜਿਹੜਾ ਇੱਥੇ ਪੀਟਰ ਪਲਸ ਬੋਰਡ ਨੇ ਆਨਸਰ ਲਾਇਆ ਉਹ ਸਮਾਨਤਾ ਦੇ ਆਧਾਰ ਤੇ ਹੈ। ਇਸ ਕਰਕੇ ਕੰਟਰੋਵਰਸੀ ਦੇ ਵਿੱਚ ਹੈਗਾ, ਮੇਰੇ ਹਿਸਾਬ ਨਾਲ ਉਚਾਰਨ ਦੇ ਆਧਾਰ ਤੇ ਆਊਗਾ, ਪਰ ਉੱਥੇ ਉਹਨਾਂ ਨੇ ਸਮਾਨਤਾ ਦੇ ਆਧਾਰ ਤੇ ਲਾਇਆ, ਤਾਂ ਇਸ ਕਰਕੇ ਇਹਨੂੰ ਕੰਟਰੋਵਰਸੀ 'ਚ ਰੱਖ ਲੈਂਦੇ ਹਾਂ ਆਪਾਂ। ਹਜੇ ਫਿਲਹਾਲ ਦੀ ਕੜੀ ਛੱਡ ਦਿਓ। ਅੱਗੇ ਕਹਿੰਦਾ ਜੀ, ਕਿਸ ਗੁਰੂ ਸਾਹਿਬਾਨ ਜੀ ਨੇ ਘੋੜਿਆਂ ਦੇ ਵਪਾਰ ਨੂੰ ਉਤਸ਼ਾਹਿਤ ਕੀਤਾ? ਇਹ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਮੰਨਣਾ ਸੀਗਾ ਵੀ ਘੋੜਿਆਂ ਦੇ ਵਪਾਰ 'ਚ ਉਸ ਟਾਈਮ ਤੇ ਚੰਗਾ ਪੈਸਾ ਸੀਗਾ, ਵੀ ਇੱਕ ਤਾਂ ਘੋੜਸਵਾਰੀ ਸਿੱਖ ਲੈਣਗੇ ਸਿੱਖ, ਦੂਜਾ ਕੀ ਹੈ ਜੀ, ਘੋੜਿਆਂ ਦੇ ਵਪਾਰ ਨਾਲ ਉਹਨਾਂ ਦੀ ਗਰੀਬੀ ਦੂਰ ਹੋ ਜਾਊਗੀ। ਤਾਂ ਗੁਰੂ ਅਰਜਨ ਦੇਵ ਜੀ ਨੇ ਇਹ ਸ਼ੁਰੂ ਕਰਵਾਇਆ ਸੀਗਾ ਘੋੜਿਆਂ ਦਾ ਵਪਾਰ। ਅੱਗੇ ਆਪਾਂ ਗੱਲ ਕਰੀਏ ਸ਼ੁਕਰ ਚੱਕੀਆ ਮਿਸਲ, ਤੁਹਾਨੂੰ ਪਤਾ ਹੀ ਹੈ ਮਹਾਰਾਜਾ ਰਣਜੀਤ ਸਿੰਘ ਜੀ, ਤਾਂ ਸ਼ੁਕਰ ਚੱਕੀਆ ਮਿਸਲ ਦੇ ਜਿਹੜੇ ਮੁਖੀ ਸੀਗੇ, ਠੀਕ ਹੈ ਜੀ, ਉਹਨਾਂ ਦੇ ਫਾਦਰ ਸਾਹਿਬ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦੇ, ਉਹਨਾਂ ਦੀ ਜੋ ਡੈਥ ਹੋ ਜਾਂਦੀ ਹੈ, ਫਿਰ ਤਿੱਕੜੀ ਦੀ ਸਰਪ੍ਰਸਤੀ, ਤਾਂ ਤਿੱਕੜੀ ਤੁਹਾਨੂੰ ਮੈਂ ਦੱਸਿਆ ਸੀਗਾ, ਜਿਹੜੀ ਤਿੱਕੜੀ ਦੀ 2-3 ਵਾਰੀ ਕੁਐਸਚਨ ਆ ਚੁੱਕਿਆ, ਇਹ 92 ਤੋਂ 97 ਆ, ਠੀਕ ਹੈ ਜੀ, 92 ਤੋਂ 97, ਇਹ ਮੈਂ ਬਹੁਤ ਵਾਰੀ ਕਰਵਾਇਆ ਤੇ ਇਹ ਬਹੁਤ ਵਾਰੀ ਆਉਂਦਾ, ਇਹ ਯਾਦ ਰੱਖਣਾ। ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਇਤਿਹਾਸ ਪੜਾਇਆ ਸੀਗਾ ਸਾਰਾ ਕਰਵਾਇਆ ਹੋਇਆ। ਨੈਕਸਟ ਚੱਲਦੇ ਹਾਂ ਜੀ ਆਪਾਂ, ਗਦਰ ਅੰਦੋਲਨ ਦਾ ਕੇਂਦਰ ਕਿੱਥੇ ਹੈ ਰਾਜੇ? ਤਾਂ ਗਦਰ ਅੰਦੋਲਨ ਦਾ ਜਿਹੜਾ ਕੇਂਦਰ ਹੈਗਾ ਰਾਜੇ, ਇਹ ਅਮਰੀਕਾ ਦੇ ਵਿੱਚ। ਆਪਾਂ ਪੜਿਆ ਨਾ, ਜਿਹੜੇ ਗਦਰ 1913 ਨੂੰ ਹੋਂਦ ਵਿੱਚ ਆਈ ਸੀਗੀ, ਤਾਂ ਗਦਰ ਦਾ ਜਿਹੜਾ ਆਪਾਂ ਪੜਿਆ ਹੋਇਆ ਜਿਹੜਾ ਹੈੱਡ ਆਫਿਸ ਹੈਗਾ ਰਾਜੇ, ਉਹ ਕਿੱਥੇ ਹੁੰਦਾ ਸੀਗਾ? ਸੈਨ ਫਰਾਂਸਿਸਕੋ ਹੁੰਦਾ ਸੀਗਾ, ਹਨਾ। ਤਾਂ ਸੈਨ ਫਰਾਂਸਿਸਕੋ ਕਿੱਥੇ ਹੈਗਾ ਰਾਜੇ? ਇਹ ਆਪਣਾ ਅਮਰੀਕਾ ਦੇ ਵਿੱਚ ਹੈ। ਤਾਂ ਆਨਸਰ ਕੀ ਆਊਗਾ ਤੁਹਾਡਾ? ਅਮਰੀਕਾ ਆਊਗਾ, ਬੀ ਆਊਗਾ। ਅੱਗੇ ਕਹਿੰਦਾ ਜੀ ਮੁਹਾਰਨੀ। ਮੁਹਾਰਨੀ ਕੀ ਹੁੰਦੀ ਹੈ? ਜਿਵੇਂ ਆਪਾਂ ਛੋਟੇ ਹੁੰਦੇ ਸੀ ਨਾ, ਹੁਣ ਤਾਂ ਚਲੋ ਰਿਵਾਜ ਚਲਾ ਗਿਆ, ਸਾਨੂੰ ਮਾਸਟਰ ਖੜਾ ਕਰ ਦਿੰਦੇ ਸੀ ਇੱਕ ਬੰਦੇ ਨੂੰ, ਵੀ ਤੂੰ ਪੜ੍ਹਨਾ, ਤੇਰੇ ਪਿੱਛੇ ਪਿੱਛੇ ਬੋਲਣਗੇ। ਜਿਵੇਂ ਬੱਚੇ ਇੱਕੋ ਲੈ ਦੇ ਵਿੱਚ ਕੋਈ ਚੀਜ਼ ਪੜ੍ਹਦੇ ਉਹਨੂੰ ਮੁਹਾਰਨੀ ਕਹਿ ਦਿੰਦੇ। ਜਿਵੇਂ ਆਪਾਂ ਕਹਿ ਦਿੰਦੇ ਆ ਊੜਾ ਊਠ, ਹਨਾ, ਆੜਾ ਆੜਾ ਆਕੜ, ਜਾਂ ਕੁਝ ਵੀ ਬੋਲਦੇ ਆਪਾਂ ਮੰਨ ਲਓ, ਹਨਾ, ਸੱਸਾ ਸੇਬ, ਤਾਂ ਇਹ ਮੁਹਾਰਨੀ ਹੁੰਦੀ ਹੈ। ਹੁਣ ਜਿਹੜੀ ਮੁਹਾਰਨੀ ਹੁੰਦੀ ਹੈ ਰਾਜੇ, ਉਹਦਾ ਸਹੀ ਕਰਮ ਜਿਹੜਾ ਹੁੰਦਾ ਰਾਜੇ, ਉਹ ਆ ਹੁੰਦਾ ਹੈ, ਠੀਕ ਹੈ, ਯਾਦ ਰੱਖ ਲਿਓ। ਆੜਾ, ਆੜੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਈੜੀ ਨੂੰ ਬਿਹਾਰੀ, ਊੜੇ ਨੂੰ ਔਂਕੜ, ਦਲੈਂਕੜ, ਈੜੀ ਨੂੰ ਲਾਂ, ਆੜੇ ਨੂੰ ਦਲਾਵਾਂ, ਊੜੇ ਨੂੰ ਮੂੰਹ ਖੁੱਲਾ, ਆੜੇ ਨੂੰ ਕਨੌੜਾ, ਠੀਕ ਹੈ। ਇਹ ਸਾਰਾ ਯਾਦ ਰੱਖਣਾ, ਮੁਹਾਰਨੀ ਦਾ ਸਹੀ ਕਰਮ ਹੈਗਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਅੱਗੇ ਕਹਿੰਦਾ ਜੀ, ਜਦੋਂ ਕਿਸੇ ਮਸਲੇ ਜਾਂ ਵਿਅਕਤੀ ਬਾਰੇ ਗੱਲ ਕੀਤਿਆਂ ਕੇਵਲ ਨੁਕਸ ਹੀ ਲੱਭਣ, ਤਾਂ ਇਹਦੇ ਵਿੱਚ ਕਹਾਵਤ ਵਰਤਦੇ ਰਾਜੇ, ਇਸਬ ਗੋਲ ਤੇ ਕੁਝ ਨਾ ਫੋਲ। ਇਸਬ ਗੋਲ ਇੱਕ ਉਹ ਵੀ ਹੁੰਦਾ ਜਦੋਂ ਪੇਟ ਦਰਦ ਹੁੰਦਾ ਜਾਂ ਲੂਜ਼ ਮੋਸ਼ਨ ਲੱਗੇ ਹੁੰਦੇ, ਆਪਾਂ ਇੱਕ ਦੇਸੀ ਦਵਾਈ ਵੀ ਆਉਂਦੀ ਆ, ਪਰ ਇੱਥੇ ਕਹਾਵਤ ਹੈ ਇਸਬ ਗੋਲ ਤੇ ਕੁਝ ਨਾ ਫੋਲ। ਕਹਿੰਦਾ ਵੀ ਨਾ ਫਰੋਲ ਇਸਬ ਗੋਲ ਨੂੰ, ਵਿੱਚੋਂ ਮਿਲਣਾ ਕੁਝ ਵੀ ਨਹੀਂ ਤੈਨੂੰ, ਨੁਕਸ ਹੀ ਲੱਭਣੇ ਆ। ਆਪਾਂ ਪੜਿਆ ਹੋਇਆ, ਉੱਚੀ ਦੁਕਾਨ ਫਿੱਕਾ ਪਕਵਾਨ, ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ। ਉੱਚੀ ਦੁਕਾਨ ਫਿੱਕਾ ਪਕਵਾਨ ਮਤਲਬ ਕਿ ਇਸਦਾ ਨਾਮ ਤਾਂ ਬਹੁਤ ਹੋਵੇ। ਜਿਵੇਂ ਹੁਣ ਮੰਨ ਲਓ ਮਤਲਬ ਕੋਈ ਆਪਾਂ ਕਿਤਾਬ ਖਰੀਦਦੇ ਆ, ਨਾਮ ਤਾਂ ਬਹੁਤ ਸੁਣਿਆ ਹੁੰਦਾ, ਜਦੋਂ ਆਪਾਂ ਪੜ੍ਹਦੇ ਹਾਂ ਵਿੱਚੋਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਨਿਕਲਦਾ ਹੈਗਾ। ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਦਾ ਮਤਲਬ ਹੁੰਦਾ ਵੀ ਮੰਨ ਲਓ ਕੋਈ ਆਪਾਂ ਪੰਗਾ ਤਾਂ ਲੈ ਲਿਆ, ਠੀਕ ਹੈ, ਪਰ ਉਹਦੇ ਵਿੱਚ ਕੀ ਸੀ, ਆਪਣੀ ਬੇਇੱਜ਼ਤੀ ਹੋਣੀ ਸੀਗੀ, ਪਰ ਆਪਾਂ ਨੂੰ ਪੰਗਾ ਲਿਆ ਤੇ ਹੁਣ ਆਪਾਂ ਨੂੰ ਕੀ ਆ ਜੀ, ਆਪਣੀ ਬਦਨਾਮੀ ਤਾਂ ਹੋਣੀ ਹੋਣੀ ਆ। ਇੱਕ ਆ ਹੁੰਦਾ ਘਰ ਲੜਾਈ ਬਾਹਰ ਸੰਗਣੀ ਮੇਲੋ ਮੇਰਾ ਨਾਂ, ਵੀ ਜਿਹੜੀ ਕੁੜੀ, ਜਿਹੜਾ ਕੋਈ ਇਨਸਾਨ ਘਰੇ ਬਹੁਤ ਲੜਾਕਾ ਹੁੰਦਾ ਪਰ ਬਾਹਰ ਬਹੁਤ ਮਿੱਠਾ ਬੋਲਦਾ, ਬਾਹਰ ਦੇ ਲੋਕ ਕਹਿੰਦੇ ਵੀ ਇਹਦੇ ਵਰਗਾ ਤਾਂ ਸਿਆਣਾ ਬੰਦਾ ਹੀ ਨਹੀਂ ਹੈਗਾ, ਪਰ ਘਰੇ ਕਲੇਸ਼ ਕਰਦਾ, ਉਹਨੂੰ ਕਹਿ ਦਿੰਦੇ ਆ ਘਰ ਲੜਾਕੀ ਬਾਹਰ ਸੰਗਣੀ ਮੇਲੋ ਮੇਰਾ ਨਾਂ। ਤਾਂ ਇੱਥੇ ਜਿਹੜਾ ਰਾਈਟ ਆਨਸਰ ਆਉਣਾ ਜੀ, ਇਸਬ ਗੋਲ ਤੇ ਕੁਝ ਨਾ ਫੋਲ। ਨਾਲ ਮੈਂ ਸਾਰੇ ਦੱਸਦੇ, ਇਸ ਕਰਕੇ ਸਾਰੇ ਪੜ੍ਹਨੇ ਜ਼ਰੂਰੀ ਹੈ। ਅੱਗੇ ਚੱਲਦੇ ਹਾਂ ਜੀ ਆਪਾਂ, ਨੈਕਸਟ ਆ ਗਿਆ ਜੀ 12 ਮਾਹ। ਤੁਹਾਨੂੰ ਮੈਂ 12 ਮਾਹ ਰਾਜੇ ਦੱਸਿਆ ਹੋਇਆ ਵੀ 12 ਮਾਹ ਦੀ ਰਚਨਾ ਤਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਵੀ ਕੀਤੀ ਹੈ, ਤੇ ਪੰਜਵੇਂ ਪਾਤਸ਼ਾਹ ਜੀ ਨੇ ਵੀ ਕੀਤੀ ਹੈ, ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰਾਗ ਦੇ ਵਿੱਚ ਕੀਤੀ ਹੈ, ਇਹ ਤੁਹਾਨੂੰ ਮੈਂ ਦੱਸਿਆ ਹੋਇਆ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ ਇਹ 12 ਮਾਹ ਦੀ ਰਚਨਾ ਕੀਤੀ ਹੋਈ ਹੈ, ਤੇ ਗੁਰੂ ਅਰਜਨ ਦੇਵ ਜੀ ਨੇ ਕਿਹਦੇ ਵਿੱਚ ਕੀਤੀ ਹੋਈ ਹੈ? ਮਾਝ ਰਾਗ ਦੇ ਵਿੱਚ। 12 ਮਾਹ ਦਾ ਮਤਲਬ ਕੀ ਹੁੰਦਾ ਹੈ? 12 ਮਹੀਨੇ। ਤੇ 12 ਮਾਹ ਦਾ ਮਤਲਬ ਦੇਸੀ ਜਿਹੜਾ ਕੈਲੰਡਰ ਕਿੱਥੋਂ ਸ਼ੁਰੂ ਹੁੰਦਾ? ਚੇਤ ਤੋਂ ਹੁੰਦਾ। ਤਾਂ ਇਹਦੇ ਵਿੱਚ ਵੱਖ-ਵੱਖ ਰੁੱਤਾਂ ਦਾ ਵਰਣਨ ਕਰਕੇ ਮਹਾਰਾਜ ਨੇ ਜਿਹੜੀ ਜੀਵ ਆਤਮਾ ਹੈਗੀ ਪਰਮਾਤਮਾ ਤੋਂ ਵਿਛੜੀ ਹੈ, ਤਾਂ ਉਹਦੀ ਤਾਂਘ ਪ੍ਰਗਟ ਕੀਤੀ ਹੈ, ਠੀਕ ਹੈ ਜੀ। ਤਾਂ ਮਾਝ ਰਾਗ ਦੇ ਵਿੱਚ ਦੁਆਰਾ ਤਾਂ ਉਚਾਰੀ ਸੀ। ਸੰਗਤ ਉਸ ਟਾਈਮ ਤੇ ਵਿਚਾਰੀ ਜ਼ਿਆਦਾ ਅਨਪੜ੍ਹ ਹੁੰਦੀ ਸੀ, ਉਹ ਕਹਿੰਦੇ ਸੀ ਸਾਨੂੰ ਪੜ੍ਹਨੀ ਬਹੁਤ ਔਖੀ ਲੱਗਦੀ ਹੈ ਤੁਖਾਰੀ ਰਾਗ ਦੇ ਵਿੱਚ, ਤਾਂ ਮਾਝ ਰਾਗ ਦੇ ਵਿੱਚ ਮਹਾਰਾਜ ਨੇ ਉਹਨੂੰ ਸਰਲ ਕਰਕੇ ਦੁਆਰਾ ਉਚਾਰਿਆ। ਲੱਤਾਂ ਵਿੱਚ ਸਿੱਕਾ ਭਰ ਜਾਣਾ, ਕਹਿਣ ਦਾ ਮਤਲਬ ਜੋ ਆਪਾਂ ਬਹੁਤ ਥੱਕ ਜਾਂਦੇ ਹਾਂ, ਜਿਵੇਂ ਆਪਾਂ ਕਹਿ ਦਈਏ ਵੀ ਕੱਲ ਮੈਂ ਬਹੁਤ ਪੈਦਲ ਤੁਰਿਆ ਤਾਂ ਮੇਰੇ ਲੱਤਾਂ ਵਿੱਚ ਕੀ ਹੈ? ਸਿੱਕਾ ਭਰ ਗਿਆ। ਇਹ ਮੁਹਾਵਰਾ ਹੁੰਦਾ ਹੈ, ਜਦੋਂ ਆਪਾਂ ਥੱਕ ਜਾਂਦੇ ਨਾ ਬਹੁਤ ਜ਼ਿਆਦਾ, ਉਦੋਂ ਕਹਿ ਦਿੰਦੇ ਲੱਤਾਂ ਵਿੱਚ ਸਿੱਕਾ ਭਰ ਗਿਆ। ਮੈਂ ਰੋਜ਼ਾਨਾ ਸਕੂਲ ਜਾਇਆ ਕਰਾਂਗਾ, ਆ ਲਕੀਰਿਆ ਸ਼ਬਦ ਹੈ ਜਾਇਆ ਕਰਾਂਗਾ। ਹੁਣ ਵਾਕ ਵਿਚਲੇ ਲਕੀਰੇ ਸ਼ਬਦ ਕੀ ਹੈ? ਹੁਣ ਰਾਜੇ ਜਿਹੜੀ ਇਹ ਹੈਗੀ ਹੈ, ਇਹ ਸੰਯੁਕਤ ਕਿਰਿਆ ਹੈ, ਕਿਉਂਕਿ ਸੰਯੁਕਤ ਕਿਰਿਆ ਦੇ ਵਿੱਚ ਕੀ ਹੁੰਦਾ, ਜਿਹੜੀ ਕਿਰਿਆ ਹੁੰਦੀ ਹੈ ਇੱਕ ਤੋਂ ਵੱਧ ਸ਼ਬਦਾਂ ਦੇ ਜੋੜ ਨਾਲ ਬਣੀ ਹੁੰਦੀ ਹੈ। ਹੁਣ ਜਾਇਆ ਤੇ ਕਰਾਂਗਾ ਦੋ ਸ਼ਬਦ ਹੋ ਗਏ, ਤਾਂ ਸੰਯੁਕਤ ਦਾ ਮਤਲਬ ਕੀ ਹੁੰਦਾ? ਜੋੜ ਕੇ। ਸੰਯੁਕਤ ਦਾ ਮਤਲਬ ਕੀ ਹੁੰਦਾ? ਮਿਸ਼ਰਤ, ਜਿਹੜੀ ਮਿਸ਼ਰਤ ਹੁੰਦੀ ਹੈ, ਠੀਕ ਹੈ ਜੀ। ਤੇ ਇੱਥੇ ਆਨਸਰ ਕੀ ਆ ਜਾਊਗਾ ਜੀ? ਥੋੜਾ ਸੰਯੁਕਤ ਕਿਰਿਆ ਆ ਜਾਊਗਾ। ਅੱਗੇ ਆ ਗਿਆ ਜੀ ਜਫਰ ਜਾਲਣੇ, ਠੀਕ ਹੈ ਜੀ। ਹੁਣ ਜਫਰ ਜਾਲਣੇ ਦਾ ਮਤਲਬ ਹੁੰਦਾ ਬਹੁਤ ਘਾਲਣਾ, ਘਾਲਣੀ। ਜਿਵੇਂ ਤੁਸੀਂ ਬਹੁਤ ਮਿਹਨਤ ਕਰਕੇ ਨੌਕਰੀ ਲੈਂਦੇ ਹੋ, ਤੁਸੀਂ ਕਹਿ ਸਕਦੇ ਹੋ ਮੈਂ ਬਹੁਤ ਜਫਰ ਜਾਲ ਕੇ ਨੌਕਰੀ ਲਈ ਹੈ। ਪਾਕਿਸਤਾਨੀ ਪੰਜਾਬ ਦੀ ਲਿਪੀ ਹੈਗੀ ਜੀ ਸ਼ਾਹਮੁਖੀ, ਇਹ ਆਪਾਂ ਨੂੰ ਪਤਾ ਹੀ ਹੈ। ਭਾਸ਼ਾ ਦੀ ਉਤਪਤੀ ਦਾ ਮੁੱਖ ਆਧਾਰ ਕੀ ਹੈਗਾ? ਭਾਸ਼ਾ ਦੀ ਉਤਪਤੀ ਦਾ ਮੁੱਖ ਆਧਾਰ ਹੁੰਦਾ ਰਾਜੇ ਮਨੁੱਖੀ ਲੋੜ। ਉਹ ਕਿਵੇਂ?
ਸਟਾਰਟਿੰਗ ਦੇ ਵਿੱਚ ਜਦੋਂ ਇਨਸਾਨ ਧਰਤੀ ਤੇ ਆਇਆ ਸੀਗਾ ਉਦੋਂ ਉਹ ਕਮਿਊਨੀਕੇਟ ਨਹੀਂ ਕਰਦਾ ਸੀ। ਸਭ ਤੋਂ ਪਹਿਲਾਂ ਜਿਹੜੀ ਲਿਪੀ ਆਈ ਹੈ ਆਪਣੀ ਹੋਂਦ ਦੇ ਵਿੱਚ ਆਈ ਹੈ, ਸੰਕੇਤ ਲਿਪੀ ਆਈ ਹੈ। ਤਾਂ ਜਦੋਂ ਇਨਸਾਨ ਮੰਨ ਲਓ ਧਰਤੀ ਤੇ ਆਇਆ ਤਾਂ ਉਹਨੇ ਜਦੋਂ ਦੂਜੇ ਇਨਸਾਨ ਨਾਲ ਕੋਈ ਗੱਲ ਕਰਨੀ ਜਾਂ ਆਪਣੇ ਮਨ ਦੇ ਭਾਵ ਪ੍ਰਗਟ ਕਰਨੇ ਸੀ ਉਹ ਸੰਕੇਤਾਂ ਦੇ ਨਾਲ ਕਰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਉਹਨੂੰ ਬੋਲਣਾ ਸਿੱਖਿਆ, ਫਿਰ ਸ਼ਬਦ ਆਏ, ਫਿਰ ਵਿਆਕਰਨ ਆਇਆ। ਤਾਂ ਕਹਿਣ ਦਾ ਮਤਲਬ ਮਨੁੱਖੀ ਲੋੜ ਦੇ ਆਧਾਰ ਤੇ ਕੀ ਹੁੰਦੀ ਹੈ, ਭਾਸ਼ਾ ਦੀ ਉਤਪਤੀ ਹੁੰਦੀ ਹੈ। ਤਾਂ ਇਹ ਸੀਗਾ ਜੀ ਤੁਹਾਡਾ ਅਸਿਸਟੈਂਟ ਗ੍ਰੇਡ 2 ਦਾ, ਯਾਨੀ ਕਿ ਗ੍ਰੇਡ 1 ਹੈ ਸ਼ਾਇਦ 2 ਹੈ, ਮਤਲਬ ਅਫਸਰ ਰੈਂਕ ਦਾ ਪੇਪਰ ਸੀਗਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੁਹਾਡਾ ਇਸ ਤਰ੍ਹਾਂ ਹੀ ਰਹਿਣਾ ਹੈ, ਠੀਕ ਹੈ ਜੀ। ਇਹ ਲੈਵਲ ਅਪ ਹੀ ਹੁੰਦਾ ਜਾਊਗਾ। ਤਾਂ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਰਾਜੇ ਤੁਹਾਨੂੰ ਮੈਂ ਦਿਖਾ ਦਿੰਦਾ ਐਪ ਤੋਂ ਤੁਸੀਂ ਡਾਇਰੈਕਟ ਲੈਣਾ ਡਾਇਰੈਕਟ ਲੈ ਸਕਦੇ, ਪਰ ਮੈਂ ਕਹੂੰਗਾ ਵੀ ਜੇ ਤੁਸੀਂ ਆਪਣੇ ਪੈਸੇ ਬਚਾਉਣੇ ਆ ਤਾਂ ਅਸੀਂ ਸਪੈਸ਼ਲ ਡਿਸਕਾਊਂਟ ਦਿੱਤਾ ਹੋਇਆ ਰਾਜੇ। ਡਿਸਕਾਊਂਟ ਕੀ ਹੈਗਾ ਵੀ ਜੇ ਤੁਸੀਂ ਐਪ ਤੇ ਜਾਂਦੇ ਤੁਹਾਨੂੰ 600 ਰੁਪਏ ਦਾ ਕੋਰਸ ਪਊਗਾ। ਆ ਤੁਹਾਨੂੰ ਮੈਂ ਦਿਖਾ ਦਿੰਦਾ, ਆਪਣੀ ਐਪ ਹੈ ਪੋਜ਼ਿਟਿਵ ਬਾਈ ਪੰਜਾਬ ਐਪ ਹੈ, ਤੁਸੀਂ ਪਲੇ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਆ ਤੇ ਕਲਾਸ ਪਲੱਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਜਿਨ੍ਹਾਂ ਨੇ ਮੋਬਾਈਲ ਹੈਗਾ ਆਪਣਾ ਐਪਲ ਦਾ। ਵੈਸੇ 600 ਰੁਪਏ ਦਾ ਪਊਗਾ, ਜੇ ਸਾਡੇ ਥਰੂ ਲਾਉਂਗੇ ਤੁਹਾਨੂੰ ਕਿੰਨੇ ਦਾ ਪਊਗਾ ਰਾਜੇ? ਇਹ ਪਊਗਾ ਜੀ ਸਾਨੂੰ 500 ਰੁਪਏ ਦਾ। ਉਹਦੇ ਵਾਸਤੇ ਤੁਸੀਂ ਜਿਹੜਾ ਥੱਲੇ ਨੰਬਰ ਚੱਲਦਾ ਪਿਆ 84 277 52 303, ਇਹਦੇ ਤੇ ਕੀ ਕਰਨੀ ਹੈ, ਕਾਲ ਕਰਨੀ ਹੈ 10 ਤੋਂ 5, ਮੈਸੇਜ ਜਦੋਂ ਮਰਜ਼ੀ ਕਰ ਦਿਓ, ਤੁਹਾਨੂੰ ਇਹ ਡਿਸਕਾਊਂਟ ਦੇ ਵਿੱਚ ਮਿਲ ਜੂਗਾ। 500 ਰੁਪਏ ਦਾ ਕੋਰਸ ਹੈ, ਸਾਲ ਦੀ ਵੈਲਿਡਿਟੀ ਹੈ, ਟਾਈਮ ਟੂ ਟਾਈਮ ਇਹ ਅਪਡੇਟ ਹੁੰਦਾ ਰਹਿੰਦਾ ਹੈ। ਦੇਖੋ ਫਾਇਦਾ ਕੀ ਹੈਗਾ, ਕਈ ਬੱਚੇ ਮੈਨੂੰ ਕਿਤਾਬ ਦੀ ਬਹੁਤ ਮੰਗ ਕਰਦੇ, ਚਲੋ ਮੈਂ ਕਿਤਾਬ ਵੀ ਲਿਖਣੀ ਸ਼ੁਰੂ ਕਰਤੀ ਵੈਸੇ, ਪਰ ਕਿਤਾਬ ਦੇ ਵਿੱਚ ਕੀ ਹੁੰਦਾ, ਇੱਕ ਸੀਮਤ ਗਿਆਨ ਹੁੰਦਾ। ਹੁਣ ਮੰਨ ਲਓ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਇਹਦੇ ਵਿੱਚ ਸਭ ਕੁਝ ਕਵਰ ਕਰਤਾ, ਪਰ ਕੱਲ ਨੂੰ ਕੋਈ ਪੇਪਰ ਹੋ ਗਿਆ, ਮੰਨ ਲਓ ਉਹਦੇ ਵਿੱਚ ਇੱਕ ਅਜਿਹਾ ਸ਼ਬਦ ਆ ਗਿਆ ਜਾਂ ਅਜਿਹਾ ਕੋਈ ਗੁਰਬਾਣੀ ਦੇ ਬਾਰੇ ਪੁੱਛ ਲਿਆ ਜਿਹੜੀ ਮੈਂ ਨਹੀਂ ਕਵਰ ਕਰ ਸਕਿਆ ਜਾਣੇ ਅਣਜਾਣੇ ਦੇ ਵਿੱਚ, ਤਾਂ ਕੋਰਸ ਵਿੱਚ ਕੀ ਆਪਾਂ ਨਾਲ ਅਪਡੇਟ ਕਰ ਦਿੰਦੇ ਹਾਂ, ਬੱਚੇ ਨੂੰ ਮਿਲ ਜਾਂਦੀ ਹੈ। ਪਰ ਕਿਤਾਬ ਦੇ ਵਿੱਚ ਇਹ ਨਹੀਂ ਹੈਗਾ ਵੀ ਜਿਹੜੇ ਬੱਚੇ ਨੇ ਕਿਤਾਬ ਖਰੀਦ ਲਈ ਉਹਨੂੰ ਮੈਂ ਘਰੇ ਜਾ ਕੇ ਦੱਸ ਕੇ ਆਊਂਗਾ ਭਾਈ ਇਹ ਕਿਤਾਬ ਦੇ ਵਿੱਚ ਮੈਂ ਆ ਚੀਜ਼ ਨਹੀਂ ਲਿਖੀਗੀ। ਤਾਂ ਇਸ ਕਰਕੇ ਕਿਤਾਬਾਂ ਵੀ ਚੰਗੀਆਂ ਨੇ, ਪਰ ਕਈ ਜਗ੍ਹਾ ਤੇ ਜਾ ਕੇ ਕਿਤਾਬਾਂ ਕੀ ਹੈ ਕਿ ਸੀਮਤ ਗਿਆਨ ਹੁੰਦਾ। ਕੋਰਸ ਵਿੱਚ ਕੀ ਹੁੰਦਾ, ਚੀਜ਼ਾਂ ਅਪਡੇਟ ਹੁੰਦੀਆਂ ਰਹਿੰਦੀਆਂ ਨੇ। ਸਾਲ ਹੈ, ਹੁਣ ਸਾਲ ਦੇ ਵਿੱਚ ਮੈਂ ਪਤਾ ਨਹੀਂ ਕਿੰਨਾ ਕੁਛ ਅਪਡੇਟ ਕੀਤਾ, ਤੁਹਾਨੂੰ ਮੈਂ ਦਿਖਾ ਦਿੰਦਾ। ਦੇਖੋ ਪਹਿਲਾਂ ਪਹਿਲਾਂ ਵੀ ਬਹੁਤ ਕੁਝ ਸੀਗਾ। ਦੇਖੋ ਗੁਰਮੁਖੀ ਗਿਣਤੀ ਹੋ ਗਈ, ਦੇਸੀ ਮਹੀਨਿਆਂ ਦੀ ਸਟੀਕ ਜਾਣਕਾਰੀ ਹੋ ਗਈ, ਠੀਕ ਹੈ, ਮੈਰਾਥਨ ਕਲਾਸਾਂ ਦੀਆਂ PDF ਹੋ ਗਈਆਂ, ਪੀਟਰ ਪਲੱਸ ਬੋਰਡ ਵੱਲੋਂ ਲੈ ਕੇ ਪੇਪਰਾਂ ਦੀ ਉੱਤਰ ਕੁੰਜੀ ਜਿਹੜੇ ਵੀ ਪੇਪਰ ਹੁੰਦੇ ਉਹਨੂੰ ਆਪਾਂ ਸੋਲਵ ਕਰਵਾਇਆ। ਮਿਸਲੇਨੀਅਸ ਟੌਪਿਕ ਹੋ ਗਏ ਤੁਹਾਡੇ, ਹੜੱਪਾ ਦੀ ਸਭਿਅਤਾ ਹੋ ਗਈ, ਵੱਖਰੇ ਵੱਖਰੇ ਸ਼ਬਦ ਜਿਹੜੇ ਕਿ ਜਿਵੇਂ ਪੁੱਛ ਲੈਂਦੇ ਵੀ ਆਹ ਸ਼ਬਦ ਕਿਹੜੀ ਭਾਸ਼ਾ ਤੋਂ ਆਇਆ, ਉਰਦੂ ਤੋਂ ਆਇਆ, ਕਿੱਥੋਂ ਆਇਆ, ਇੰਗਲਿਸ਼ ਤੋਂ ਪੰਜਾਬੀ ਟ੍ਰਾਂਸਲੇਸ਼ਨ ਹੋ ਗਈ, ਠੀਕ ਹੈ ਜੀ। YouTube ਕਲਾਸਾਂ ਦੀ PDF ਪਾਈਆਂ ਹੋਈਆਂ ਨੇ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਵੇਰਵਾ ਬਹੁਤ ਡਿਟੇਲ 'ਚ ਕਰਵਾਇਆ ਹੋਇਆ, ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਕੀ ਹੈਗਾ ਵੀ ਤੁਹਾਨੂੰ ਕੰਪਲੀਟ ਕੋਰਸ ਮਿਲੂਗਾ। ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਤੁਹਾਡੇ ਪੈਸੇ ਜਿਹੜੇ ਹੈਗੇ ਆ ਉਹ ਤੁਹਾਡੇ ਜਾਇਆ ਨਹੀਂ ਜਾਣਗੇ। 500 ਰੁਪਏ ਦੀ ਜਗ੍ਹਾ ਤੁਹਾਨੂੰ ਕੀ ਹੈ ਜੀ, ਤੁਸੀਂ ਹੱਸ ਕੇ ਕਹੋਗੇ ਸਰ ਵੀ 500 ਦੇ ਵਿੱਚ ਤੁਸੀਂ ਘੱਟੋ ਘੱਟ ਸਾਨੂੰ 1500 3000 ਦਾ ਕੰਮ ਦਿੱਤਾ ਹੋਇਆ, ਇਹ ਗਰੰਟੀ ਹੈ। ਬਾਕੀ ਦੇਖੋ ਮਰਜ਼ੀ ਤੁਹਾਡੀ ਹੈ, ਦੱਸਣਾ ਮੇਰਾ ਫਰਜ਼ ਹੈ। ਇਹ ਦੱਸਦਾ ਮੈਂ ਤਾਂ ਹੈ ਕਿਉਂਕਿ ਬਹੁਤ ਬੱਚੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਤੁਸੀਂ ਵੀ ਪੇਡ ਵਿੱਚ ਵੀ ਕਰਵਾ ਰਹੇ ਹੋ, ਤਾਂ ਮੈਂ ਅੱਜ ਦੱਸ ਰਿਹਾ। ਤਾਂ ਬਾਕੀ ਤੁਸੀਂ ਫ੍ਰੀ ਵੀ ਪੜ੍ਹ ਸਕਦੇ ਹੋ। YouTube ਚੈਨਲ ਆਪਣਾ ਹੈਗਾ ਜੀ, ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਦਾ ਬਟਨ ਨੱਪ ਲਿਓ, ਤੁਹਾਨੂੰ ਉੱਥੇ ਮਿਲਦੀਆਂ ਰਹਿੰਦੀਆਂ ਨੇ ਕੰਪਿਊਟਰ ਦੀਆਂ ਵੀਡੀਓ, ਪੰਜਾਬੀ ਵਿਆਕਰਨ ਦੀਆਂ ਵੀਡੀਓ ਤੇ ਪੇਪਰ A ਤੇ ਨਾਲ ਪੰਜਾਬ GK। ਤੁਸੀਂ 4 ਸਬਜੈਕਟ ਬਹੁਤ ਹੱਸ ਕੇ ਕਵਰ ਕਰ ਸਕਦੇ ਹੋ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।